ਰੇਡੀਓ ਇੰਡੀਆ KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਦੂਸਰੇ ਪੜਾਅ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਬਲਦੇਵ ਸਿੰਘ ਭੰਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 6045929191। ਪ੍ਰੋਗਰਾਮ ਪੰਜਾਬੀ ਆਵਾਜ਼ ਦੀ ਵਿਧੀਵਤ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਫਿਰ ਪੜਾਅ ਦਰ ਪੜਾਅ ਅੱਗੇ ਵਧਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਇਸ ਪੜਾਅ ਦੇ ਵਿੱਚ। ਗੁੱਡ ਮਾਰਨਿੰਗ। ਵੈਰੀ ਗੁੱਡ ਮਾਰਨਿੰਗ ਸਰ। ਹੋ ਡਾਕਟਰ ਸਾਹਿਬ, ਅਸੀਂ ਸਭ ਤੋਂ ਪਹਿਲੀ ਜਿਹੜੀ ਖਬਰ ਅਸੀਂ ਵਿਚਾਰਨ ਜਾ ਰਹੇ ਹਾਂ ਉਹ ਹੈ ਕਿ ਭਾਰਤ ਵੱਲੋਂ ਗੈਰ ਬਾਸਮਤੀ ਚਿੱਟੇ ਚੌਲਾਂ ਦੀ ਨਿਰਯਾਤ ਤੇ ਪਾਬੰਦੀ ਲਾਈ ਗਈ ਹੈ, ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਚੌਲ ਦੇ ਸ਼ੌਕੀਨ ਹੈ ਉਹਨਾਂ 'ਚ ਘਬਰਾਹਟ ਦਾ ਆਲਮ ਹੈ। ਭਾਅ ਵੱਧ ਗਏ ਹੈ ਤੇ ਸਟਾਕ ਦੀ ਦੌੜ ਜਿਹੜੀ ਹੈ ਸ਼ੁਰੂ ਹੋ ਗਈ ਹੈ ਜੀ। ਦੇਖੋ, ਇੰਡੀਆ ਨੇ ਤਾਂ ਉਹ ਕਰਨਾ ਜੋ ਪਹਿਲਾਂ ਉਹਨਾਂ ਦੇ ਲੋਕਾਂ ਲਈ ਜ਼ਰੂਰੀ ਆ। ਬਿਲਕੁਲ ਜੀ। ਤੇ ਉਹਦੇ ਨਾਲ ਹੁਣ ਦੁਨੀਆ ਦੇ ਵਿੱਚ ਗਰੋਸਰੀ ਆਈਟਮਸ ਮਹਿੰਗੀਆਂ ਹੋ ਰਹੀਆਂ। ਇੱਕ ਪਾਸੇ ਤਾਂ ਰਸ਼ੀਆ ਤੇ ਯੂਕਰੇਨ ਦੀ ਲੜਾਈ ਲੱਗੀ ਹੈ, ਜਿਹੜੀ ਵੈਸਟਰਨ ਕੰਟਰੀਜ਼ ਗੱਲਾਂ ਨਹੀਂ ਕਰਦੀਆਂ ਉਹਦੀਆਂ। ਤੇ ਜੇ ਗੱਲ ਕਰਦੇ ਇਹੀ ਕਰਦੇ ਆ ਵੀ ਰਸ਼ੀਆ ਵਾਲੇ ਯੂਕਰੇਨ ਦਾ ਸਮਾਨ ਇੱਥੇ ਸਾਡੇ ਤੋਂ ਆਉਣ ਨਹੀਂ ਦਿੰਦੇ ਜੀ। ਉਹ ਰਸ਼ੀਆ ਨੇ ਦੀ ਪੋਜੀਸ਼ਨ ਇਹ ਆ ਵੀ ਜੇ ਇੱਥੋਂ ਬਲੈਕ ਸੀ ਦੇ ਥਰੂ ਸ਼ਿਪਿੰਗ ਜਾਣੀ ਆ ਤਾਂ ਫਿਰ ਸਾਡੀ ਵੀ ਜਾਣੀ ਚਾਹੀਦੀ ਹੈ, ਜਿਹੜੀ ਰਸ਼ੀਆ ਤੋਂ ਜਾਂਦੀ ਹੈ। ਇਹ ਕੱਲੀ ਓਡੇਸਾ ਤੋਂ ਜਾ ਨਹੀਂ ਸਕਦੀ, ਰਸ਼ੀਆ ਯੂਕਰੇਨ ਤੋਂ ਜਾ ਨਹੀਂ ਸਕਦੀ ਜੀ। ਤੇ ਜੇ ਜਾਂਦੀ ਵੀ ਆ ਤਾਂ ਉਹ ਕਹਿੰਦੇ ਸੀ ਵੀ ਜਿਹੜੇ ਤੁਸੀਂ ਰੌਲਾ ਪਾਉਣੇ ਗਰੀਬ ਮੁਲਕਾਂ ਨੂੰ ਆ, ਗਰੀਬ ਮੁਲਕਾਂ ਤੋਂ ਸ਼ਿਪ ਜਾਂਦੇ ਹੀ ਨਹੀਂ ਆ, ਜਾਂਦੇ ਸਾਰੇ ਯੂਰਪ ਨੂੰ ਆ ਜੀ। ਤਾਂ ਉਹਨਾਂ ਨੂੰ ਕੁਝ ਨਹੀਂ ਮਿਲਦਾ। ਸੋ ਉਸ ਵਾਰ ਦਾ ਕਰਕੇ ਕੁਛ ਹਿੰਦੁਸਤਾਨ ਦੀ ਇਹ ਵੱਡੀ ਡਿਸੀਜਨ ਹੈ ਵੀ ਬਹੁਤ, ਕਿਉਂਕਿ ਅਸੀਂ ਬਹੁਤ ਵੱਡਾ ਹਿੱਸਾ ਆ ਜਿਹੜਾ ਸਪਲਾਈ ਕਰਦੇ ਆ ਦੁਨੀਆ ਭਰ ਦੇ ਵਿੱਚ ਰਾਈਸ, ਆਪਣੇ ਕੀ ਕਹਿੰਦੇ ਨੇ, ਚੌਲ ਜੀ ਜੀ। ਤੇ ਬਾਸਮਤੀ ਤੇ ਉਹਨਾਂ ਨੇ ਐਕਸਪੋਰਟ ਤੇ ਨਹੀਂ ਲਾਈ ਕੁਛ ਵੀ, ਕਿਉਂਕਿ ਬਾਸਮਤੀ ਇੱਕ ਤਾਂ ਮਹਿੰਗੀ ਬਹੁਤ ਆ ਜੀ, ਉਹਨਾਂ ਨੂੰ ਪੈਸੇ ਜ਼ਿਆਦਾ ਮਿਲਦੇ ਆ, ਤਾਂ ਉਹਦੀ ਖਪਤ ਇੰਡੀਆ ਦੇ ਵਿੱਚ ਵੀ ਉਹ ਘੱਟ ਹੈ। ਪਰ ਇੰਡੀਆ ਦੇ ਵਿੱਚ ਜਿਹੜੇ ਇੱਕ ਡਿਸਟ੍ਰੀਬਿਊਟ ਕਰਦੀਆਂ ਸਰਕਾਰਾਂ ਉਹ ਜ਼ਿਆਦਾ ਨਾਰਮਲ ਚੌਲ ਕਰਦੀਆਂ ਜੀ। ਜਿਹੜੀਆਂ ਸਕੀਮਾਂ ਹੈਗੀਆਂ ਆ ਜੀ, ਦਾਲ ਚੌਲ ਦੀਆਂ ਸਕੀਮਾਂ ਆ ਹਰ ਇੱਕ ਸੂਬੇ ਦੀਆਂ, ਕੇਂਦਰਾਂ ਦੇ ਵਿੱਚ ਕੇਂਦਰ ਸਰਕਾਰ ਦੀਆਂ ਆ, ਤੇ ਉਹਦੇ ਲਈ ਉਹਨਾਂ ਦੇ ਕੋਲ ਕਹਿੰਦੇ ਆ ਵੀ ਇਨਫ ਨਹੀਂ ਆ ਸਾਡੇ ਕੋਲ ਸਟਾਕ। ਜਿਹੜਾ ਪਹਿਲਾਂ ਅਸੀਂ ਆਪਣੇ ਕੰਜ਼ਿਊਮਰਸ ਨੂੰ ਸੈਟੀਸਫਾਈ ਕਰਾਂਗੇ ਜੀ, ਆਪਣੇ ਲੋਕਾਂ ਨੂੰ ਸੈਟੀਸਫਾਈ ਕਰਾਂਗੇ, ਕਿਉਂਕਿ ਜਿੱਦਾਂ ਹੁਣ ਅੱਜ ਕੱਲ ਕਹਿੰਦੇ ਡੈਮੋਕ੍ਰੇਸੀ, ਅਮਰਤਿਆ ਸੈਨ ਜਿਹੜੇ ਸਾਡੇ ਨੋਬਲ ਲੌਰੀਏ ਆ ਹਿੰਦੁਸਤਾਨ ਤੋਂ ਜੀ, ਉਹਨਾਂ ਦਾ ਥੀਸਿਸ ਇਹੀ ਸੀ ਬੇਸਿਕਲੀ। ਉਹ ਕਹਿੰਦੇ ਸੀ ਕਿ ਜਿਹੜੀ ਡੈਮੋਕ੍ਰੈਟਿਕ ਸਰਕਾਰ ਹੋਵੇ ਨਾ, ਉਹ 'ਚ ਲੱਖ ਪ੍ਰੋਬਲਮ ਹੋਣ ਉਹਨਾਂ ਨੂੰ, ਪਰ ਕਮ ਸੇ ਕਮ ਭੁੱਖਮਰੀ ਨਹੀਂ ਆਉਣ ਦਿੰਦੇ ਉਹ ਜੀ। ਉਹਨਾਂ ਦੇ ਵਿੱਚ ਭੁੱਖਮਰੀ ਨਹੀਂ ਹੋ ਸਕਦੀ, ਖਾਸ ਤੌਰ ਤੇ ਅੱਜ ਕੱਲ ਦੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਵੀ ਆ, ਦੂਜਾ ਮੀਡੀਆ ਵੀ ਆ, ਇੱਕਦਮ ਰੌਲਾ ਪੈ ਜਾਂਦਾ ਕਿ ਫਲਾਨੀ ਥਾਂ 2 ਬੰਦੇ ਭੁੱਖ ਨਾਲ ਮਰ ਗਏ, ਤੇ ਉਹ ਤਾਂ ਸਰਕਾਰ ਨੂੰ ਬੜਾ ਅਸਰ ਪੈਂਦਾ ਹੈ ਜੀ, ਤੇ ਸਰਕਾਰ ਰਿਸਪੌਂਡ ਕਰਦੀ ਹੈ। ਹੁਣ ਤੁਸੀਂ ਕੰਪੇਅਰ ਕਰੋ, ਜਦੋਂ ਬ੍ਰਿਟਿਸ਼ ਉੱਥੇ ਹੁੰਦੇ ਸੀ ਪ੍ਰਾਇਓਰਟੀ ਇਹਨਾਂ ਦੀ ਕੀ ਹੁੰਦੀ ਸੀ? ਪ੍ਰਾਇਓਰਟੀ ਸੀ ਕਿ ਪਹਿਲਾਂ ਜਿਹੜੇ ਆ ਜੇ ਰੋਟੀ ਖਾਣਗੇ ਤਾਂ ਇੰਗਲੈਂਡ ਦੇ ਲੋਕੀ ਰੋਟੀ ਖਾਣਗੇ, ਤਾਂ ਉਦੋਂ ਬਾਅਦ ਫਿਰ ਹਿੰਦੁਸਤਾਨ ਦੇ ਵਿੱਚ ਰਾਜੇ ਮਹਾਰਾਜੇ ਜਿਹੜੇ ਆ ਤੇ ਬਾਕੀ ਜਿਹੜੇ ਗਰੀਬ ਕੰਮ ਕਰਦੇ ਆ ਉਹ ਅਖੀਰ ਤੇ ਬੈਠੇ ਹੁੰਦੇ ਸੀ। ਵਰਲਡ ਵਾਰ 2 ਦੇ ਵਿੱਚ 10 ਮਿਲੀਅਨ ਲੋਕੀ ਮਰੇ ਉਸ ਵੇਲੇ ਤਾਂ ਸਾਰਾ ਬੰਗਾਲ ਹੀ ਸੀ ਜੀ। ਬੰਗਾਲ ਦੇ ਵਿੱਚ ਭੁੱਖਮਰੀ ਪੈ ਗਈ ਸੀ। ਉਹ ਭੁੱਖਮਰੀ ਇਸ ਕਰਕੇ ਨਹੀਂ ਪਈ ਵੀ ਉਹਨਾਂ ਦੇ ਕੋਲ ਅਨਾਜ ਹੈ ਨਹੀਂ ਸੀ, ਅਨਾਜ ਦੀ ਪ੍ਰੋਡਕਸ਼ਨ ਬਹੁਤ ਸੀ ਉੱਥੇ ਜੀ, ਪਰ ਪ੍ਰਾਇਓਰਟੀ ਜਿਹੜੀ ਦਿੱਤੀ ਗਈ ਸੀ ਚਰਚਲ ਵੱਲੋਂ ਉਹ ਸੀ ਕਿ ਬ੍ਰਿਟਿਸ਼ ਆਰਮੀ ਲਈ ਸਭ ਤੋਂ ਪਹਿਲਾਂ ਦਾਨ ਲੈ ਕੇ ਆਓ ਤੁਸੀਂ, ਤਾਂ ਬਾਕੀ ਪਹਿਲੀ ਪ੍ਰਾਇਓਰਟੀ ਨੰਬਰ 1 ਬ੍ਰਿਟਿਸ਼ ਆਰਮੀ ਜੀ, ਨੰਬਰ 2 ਤੇ ਬ੍ਰਿਟਿਸ਼ ਲੋਕੀ ਜਿਹੜੇ ਸਿਵਿਲੀਅਨ ਬੈਠੇ ਆ ਜੀ ਜੀ, ਤੇ ਉਹ ਸਾਰੀ ਉਹਨਾਂ ਨੇ ਜਿਹੜੀ
ਚੌਲਾਂ ਦੀ ਪ੍ਰੋਡਕਸ਼ਨ ਜਿੰਨੀ ਵੀ ਹੋਈ ਉਹਨਾਂ ਦੀ ਉੱਥੋਂ ਉਠਾ ਕੇ ਤਾਂ ਆਰਮੀ ਲਈ ਲੈ ਗਏ ਤੇ ਬ੍ਰਿਟਿਸ਼ ਲੋਕਾਂ ਲਈ ਲੈ ਗਏ ਜੀ। ਤੇ ਸਾਡੇ ਉੱਥੇ ਫੈਮਨ ਪਈ ਚੰਗੀ ਵੱਡੀ ਤੇ ਉਹ ਮੈਨ ਮੇਡ, ਜਿਹਨੂੰ ਅਸੀਂ ਕਹਿੰਦੇ ਮੈਨ ਮੇਡ ਹੈ ਫੈਮਨ, ਇਹ ਕੁਦਰਤ ਨੇ ਨਹੀਂ ਪਾਈ ਬਈ ਉੱਥੇ ਅਨਾਜ ਨਹੀਂ ਹੋਇਆ ਜੀ। ਕੁਦਰਤ ਨੇ ਵੀ ਕਈ ਵਾਰੀ ਪਾਉਂਦੀ ਆ, ਜਦੋਂ ਮੀਂਹ ਨਹੀਂ ਪੈਂਦੇ ਜਾਂ ਹੜ੍ਹ ਆ ਜਾਂਦੇ ਆ, ਮੀਂਹ ਜ਼ਿਆਦਾ ਪੈ ਜਾਂਦੇ ਆ, ਫਸਲਾਂ ਤੇ ਕੋਈ ਤਬਾਹ ਹੋ ਜਾਂਦੀਆਂ ਜੀ, ਇਹਨੂੰ ਅਸੀਂ ਕਹਿੰਦੇ ਵੀ ਨੈਚੁਰਲ ਡਿਜ਼ਾਸਟਰ, ਪਰ ਇਹ ਮੈਨ ਮੇਡ ਡਿਜ਼ਾਸਟਰ ਸੀ ਜੀ। ਪਰ ਉਹ ਆਜ਼ਾਦ ਹਿੰਦੁਸਤਾਨ ਦੇ ਵਿੱਚ ਉਹ ਗੱਲ ਨਹੀਂ ਹੋ ਸਕਦੀ ਬਿਲਕੁਲ, ਕਿਉਂਕਿ ਇਸ ਵੇਲੇ ਸਰਕਾਰਾਂ ਜਿਹੜੀਆਂ ਆ ਭਾਵੇਂ ਜੋ ਮਰਜ਼ੀ ਕਰਨ, ਬਹੁਤ ਪ੍ਰਾਇੋਰਟੀਜ਼ ਹੈ ਜਿਹੜੀਆਂ ਲੋਕੀ ਸਹਿਮਤ ਨਹੀਂ ਇਹਨਾਂ ਦੇ ਨਾਲ। ਲੋਕੀ ਕਹਿੰਦੇ ਹੁਣ ਇਹ ਇਸ ਦੀ ਚੀਜ਼ ਨੂੰ ਨਹੀਂ ਹੈਂਡਲ ਕਰਦੇ, ਇਹਨੂੰ ਨਹੀਂ ਹੈਂਡਲ ਕਰਦੇ। ਤੁਸੀਂ ਦੇਖੋ ਕਿ ਸਰਕਾਰ ਨੂੰ ਜੋ ਗ੍ਰੀਨ ਰੈਵੋਲੂਸ਼ਨ ਵੀ ਟੈਕਨੋਲੋਜੀ ਲਈ ਆ ਸਾਡੇ, ਮਜਬੂਰਨ ਲੈਣੀ ਪਈ ਆ, ਇਹ ਕਰਕੇ ਕਿ ਸਾਡੇ ਹਰ ਇੱਕ ਥੋੜੇ ਜਿਹੇ ਸਾਲਾਂ ਬਾਅਦ ਫੈਮਨ ਆ ਜਾਂਦੀ ਸੀ ਜੀ। ਪ੍ਰੋਡਕਸ਼ਨ ਉਨੀ ਹੈ ਨਹੀਂ ਸੀ ਜਿੰਨੀ ਸਾਡੀ ਆਬਾਦੀ ਵੱਧ ਰਹੀ ਸੀ। ਤਾਂ ਉਹਨੂੰ ਕਾਊਂਟਰ ਕਰਨ ਲਈ ਫਿਰ ਮਿਸਿਸ ਗਾਂਧੀ ਨੇ ਡਿਸੀਜਨ ਬਣਾਈ ਕਿ ਦੇਖੋ, ਇਹ ਜਦੋਂ ਸਾਨੂੰ ਅਨਾਜ ਦਿੰਦੇ ਆ ਅਮਰੀਕਾ ਵਾਲੇ ਜਾਂ ਯੂਰਪੀਅਨ ਮੁਲਕ ਦਿੰਦੇ ਸੀ ਸਾਨੂੰ, ਤਾਂ ਉਦੋਂ ਫਿਰ ਕੰਡੀਸ਼ਨ ਲਾਉਂਦੇ ਸੀ ਵੀ ਅਸੀਂ ਤੁਹਾਨੂੰ ਅਨਾਜ ਦਿੰਨੇ ਆ ਤਾਂ ਇਹਦੇ ਨਾਲ ਤੁਸੀਂ ਆਹ ਕਰੋ, ਤੁਸੀਂ ਆਹ ਕਰੋ। ਮਤਲਬ ਫੋਰਨ ਪਾਲਿਸੀ ਤੁਹਾਡੀ ਏਦਾਂ ਬਦਲੋ, ਉਦਾਂ ਬਦਲੋ, ਤੁਹਾਡੀ ਜਿਹੜੀ ਇਨਵੈਸਟਮੈਂਟ ਪਾਲਿਸੀ ਏਦਾਂ ਹੋਣੀ ਚਾਹੀਦੀ ਹੈ, ਉਦਾਂ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਵੀ ਇਹ ਬੜੀ ਦੁਬਦਾ ਵਾਲੀ ਗੱਲ ਹੈ ਕਿ ਹੁਣ ਸਾਨੂੰ ਮਜਬੂਰਨ ਇਹਨਾਂ ਦੀਆਂ ਗ੍ਰੀਨ ਰੈਵੋਲੂਸ਼ਨ ਟੈਕਨੋਲੋਜੀਜ਼ ਲਿਆਉਣੀਆਂ ਪੈ ਰਹੀਆਂ, ਅਡਾਪਟ ਕਰਨੀਆਂ ਪੈ ਰਹੀਆਂ, ਇਸ ਕਰਕੇ ਕਿਉਂਕਿ ਸਾਨੂੰ ਅਨਾਜ ਦੀ ਪ੍ਰੋਡਕਸ਼ਨ ਜ਼ਿਆਦਾ ਚਾਹੀਦੀ ਹੈ, ਕਿਉਂਕਿ ਹਿੰਦੁਸਤਾਨ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਗਈ। ਹੁਣ ਇੱਕ ਪਾਸੇ ਤਾਂ ਸਾਡੇ ਵਾਕਿਆ ਹੀ ਅਨਾਜ ਦੀ ਪ੍ਰੋਡਕਸ਼ਨ ਬਹੁਤ ਵਧੀਆ। ਹੁਣ ਜਾਪਾਨ ਇੱਕ ਜ਼ਮਾਨੇ ਦੇ ਵਿੱਚ ਮੰਨਿਆ ਜਾਂਦਾ ਸੀ ਵੀ ਚੌਲਾਂ ਦੀ ਪ੍ਰੋਡਕਸ਼ਨ ਪਰ ਏਕੜ ਸਾਰਿਆਂ ਨਾਲੋਂ ਜ਼ਿਆਦਾ ਹੈ ਉਹਨਾਂ ਦੀ ਜੀ, ਪਰ ਹੁਣ ਪੰਜਾਬ ਨੇ ਜਾਪਾਨ ਨੂੰ ਵੀ ਓਵਰਟੇਕ ਕਰ ਲਿਆ। ਪੰਜਾਬ ਦੀ ਪਰ ਏਕੜ ਪ੍ਰੋਡਕਸ਼ਨ ਜਿਹੜੀ ਦੁਨੀਆ ਭਰ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਜੀ ਚੌਲਾਂ ਦੇ ਵਿੱਚ ਜੀ। ਹੁਣ ਜਿੰਨੇ ਮਤਲਬ ਹੁਣ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇੰਨਾ ਜ਼ਿਆਦਾ ਅਨਾਜ ਹੁੰਦਾ ਹੈ, ਐਕਸਪੋਰਟ ਕਰਦੇ ਆ, ਬਾਹਰ ਨੂੰ ਭੇਜਦੇ ਆ ਜੀ। ਇੱਕ ਜ਼ਮਾਨਾ ਸੀ ਜਦੋਂ ਫੈਮਨ ਆਉਂਦੀਆਂ ਸੀ, ਇਹ ਬਾਹਰੋਂ ਅਨਾਜ ਆਉਂਦਾ ਹੁੰਦਾ ਸੀ। ਹੁਣ ਦੇਖ ਲਓ ਉਹਨਾਂ ਦੀ ਪਾਲਿਸੀ ਨੇ ਇੱਕ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ ਵੀ ਅਸੀਂ ਸਭ ਤੋਂ ਪਹਿਲਾਂ ਚੌਲ ਆਪਣੇ ਲੋਕਾਂ ਲਈ ਰੱਖਣੇ ਆ, ਫਿਰ ਜੇ ਬਚੇ ਤਾਂ ਤੁਹਾਨੂੰ ਦੇਵਾਂਗੇ। ਤੇ ਦੂਸਰੀ ਗੱਲ ਬਾਹਰਲੇ ਦੇਸ਼ਾਂ ਦੀ ਆ ਗਈ, ਖਾਸ ਤੌਰ ਤੇ ਸਾਡੀ ਕਮਿਊਨਿਟੀ ਦੇ ਵਿੱਚ ਇਹ ਹੁੰਦੀ ਆ ਜੀ, ਪੈਨਿਕ ਬਹੁਤ ਪੈਂਦੀ ਹੈ। ਬਿਲਕੁਲ ਬਿਲਕੁਲ, ਏਦਾਂ ਲੱਗਦਾ ਇਹਨਾਂ ਨੂੰ ਵੀ ਖਾਣਾ ਜਿਹੜਾ ਬੰਦ ਹੀ ਹੋ ਜਾਣਾ। ਬਿਲਕੁਲ, ਏਦਾਂ ਕਦੇ ਪੈਨਿਕ ਨਹੀਂ ਪੈਂਦੀ। ਜੇ ਇੱਕ ਚੀਜ਼ ਹੈ ਨਹੀਂ ਤਾਂ ਦੂਸਰੀ ਜ਼ਰੂਰ ਹੁੰਦੀ ਹੈ ਜੀ 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 ਜੀ। ਇਸ ਲਈ ਉਹ ਜਿਹੜੇ ਬਾਸਮਤੀ ਦੀ ਵੀ ਸਟਾਕ ਕਰਨਾ ਸ਼ੁਰੂ ਕਰਤਾ ਉਹਨਾਂ ਨੇ, ਉਹ ਕਹਿੰਦੇ ਇਹ ਵੀ ਬੰਦ ਹੋ ਸਕਦਾ ਕਰਕੇ। ਆ ਪੈਂਡੇਮਿਕ ਦੇ ਦੌਰਾਨ ਇਹਨੇ ਆਟਾ ਲਿਆਉਣਾ ਸ਼ੁਰੂ ਕਰਤਾ ਸੀ ਜੀ। ਡਾਕਟਰ ਸਾਹਿਬ, ਕੋਵਿਡ-19 ਦੀ ਸਟ੍ਰੈਟਜੀ ਨੂੰ ਲੈ ਕੇ ਕੈਨੇਡੀਅਨ ਖੋਜਕਰਤਾਵਾਂ ਨੇ ਇੱਕ ਅਜਾਦਾ ਪੜਤਾਲ ਕੀਤੀ ਹੈ, ਉਹ ਕੀ ਮਸਲਾ ਕੀ ਹੈ? ਉਹਨਾਂ ਨੇ ਇੱਕ ਪਿੱਛੇ ਜਿਹੇ ਬ੍ਰਿਟਿਸ਼ ਜਰਨਲ ਹੈ, ਇੱਕ ਇੰਟਰਨੈਸ਼ਨਲੀ ਮੰਨਿਆ ਪਰਮੰਨਿਆ ਜਰਨਲ ਆ ਜੀ, ਛਪਦਾ ਇੰਗਲੈਂਡ ਤੋਂ ਆ ਜੀ, ਉਹ ਮੈਡੀਕਲ ਸਾਇੰਸ ਨਾਲ ਡੀਲ ਕਰਦਾ ਜੀ। ਤੇ ਉਹਨਾਂ ਨੇ ਕੋਵਿਡ ਬਾਰੇ ਇਸ਼ੂ ਪੂਰਾ ਇੱਕ ਇਸ਼ੂ ਬਣਾਇਆ ਸੀ ਸਾਰਾ ਹੀ, ਵੱਖਰੇ ਵੱਖਰੇ ਦੇਸ਼ਾਂ ਦੇ ਵੀ ਕੀ ਰਿਸਪੌਂਸ ਦਿੱਤਾ ਇਹਨਾਂ ਨੇ ਜੀ, ਕਿੰਨਾ ਦਾ ਸਿਸਟਮ ਕੰਮ ਕੀਤਾ, ਕਿੰਨਾ ਕੁ ਨਹੀਂ ਕੀਤਾ। ਤੇ ਕੈਨੇਡਾ ਬਾਰੇ ਉਹਨਾਂ ਦੀ ਬੜੀ ਆਲੋਚਨਾ ਸੀ ਕਿ ਦੇਖੋ, ਕੈਨੇਡਾ ਦੇ ਵਿੱਚ ਜੇ ਸਾਡੀ ਸਰਵਿਸਿਜ਼, ਮੈਡੀਕਲ ਸਰਵਿਸਿਜ਼ ਸਕਸੈਸਫੁਲ ਹੋਈਆਂ, ਇਸ ਕਰਕੇ ਨਹੀਂ ਹੋਈਆਂ ਵੀ ਸਾਡੀ ਮੈਡੀਕਲ ਚੰਗੀ ਆ, ਇਸ ਕਰਕੇ ਚੰਗੀ ਆ ਵੀ ਇੱਥੇ ਦੇ ਲੋਕੀ ਮੰਨਦੇ ਰਹੇ ਜੋ ਕਹਿੰਦੇ, ਜੋ ਸਰਕਾਰ ਉਹਨਾਂ ਨੂੰ ਕਹਿੰਦੀ ਰਹੀ ਹੈ। ਸਾਡੇ ਡੋਸਾਇਲ ਲੋਕੀ ਆ, ਮਤਲਬ ਜੋ ਮਰਜ਼ੀ ਕਹਿ ਦਿਓ ਇਹਨਾਂ ਨੂੰ ਕਹਿ ਦਿਓ ਵੀ 33% ਟੈਕਸ ਲੱਗਣਾ, ਇਹ ਚੁੱਪ ਕਰਕੇ ਰੱਖ ਲੈਂਦੇ। ਕੋਈ ਨਹੀਂ ਮਜ਼ਾਰਾ ਕਰਦਾ ਨਜ਼ਰ ਆਊਗਾ ਤੁਹਾਨੂੰ। ਬਹੁਤ ਨੇਸ਼ਨ ਹੈਗੀਆਂ ਜਿੱਥੇ ਛੋਟੀ ਜਿਹੀ ਗੱਲ ਕਰੋ ਉਦੋਂ ਹੀ ਝੰਡਾ ਲੈ ਕੇ ਤੁਰ ਪੈਂਦੀਆਂ। ਕੈਨੇਡਾ 'ਚ ਇਹ ਗੱਲ ਨਹੀਂ ਹੈ। ਤੇ ਉਹ ਕਹਿੰਦੇ ਵੀ ਇਹ ਲੋਕੀ ਜਿਹੜੀਆਂ ਅਥਾਰਟੀਜ਼ ਜਿੱਦਾਂ ਉਹਨਾਂ ਨੂੰ ਕਹਿੰਦੀਆਂ ਰਹੀਆਂ, ਮਾਸਕ ਪਹਿਨੋ, ਤੁਸੀਂ ਕੰਮ ਤੇ ਨਾ ਜਾਓ, ਤੁਸੀਂ 6 ਫੁੱਟ ਪਰੇ ਰਹੋ, ਤੁਸੀਂ ਵੈਕਸੀਨ ਲਵਾਓ, ਉਹ ਕਰਦੇ ਰਹੇ। ਸਕਸੈਸਫੁਲ ਤਾਂ ਹੋਇਆ ਜੀ। ਪਰ ਜੇ ਤੁਸੀਂ
ਦੇਖਦੇ ਆ ਕਿ ਮੈਡੀਕਲ ਸਰਵਿਸਿਜ਼ ਕਿੱਦਾਂ ਦੀਆਂ ਕੈਨੇਡਾ ਦੇ ਵਿੱਚ ਸੀ ਜੀ। ਇਹਨਾਂ ਦੇ ਹਸਪਤਾਲ ਕੰਮ ਕੀਤੇ ਆ, ਡਾਕਟਰਾਂ ਨੇ ਪੂਰੀ ਆਪਣੀ ਸਰਵਿਸ ਦਿੱਤੀ ਆ, ਮੈਡੀਕਲ ਸਿਸਟਮ ਪੂਰੇ ਦਾ ਪੂਰਾ ਕਿੱਦਾਂ ਸਾਹਮਣੇ ਆਇਆ ਸਾਡੇ। ਤੇ ਉਹ ਕਹਿੰਦੇ ਵੀ ਦੇਖੋ ਇਹਦੇ ਵਿੱਚ ਬੇਸਿਕਲੀ ਬਹੁਤ ਚੀਜ਼ਾਂ ਇਹਨਾਂ ਦੀਆਂ ਕਲੈਪਸ ਹੀ ਹੋ ਗਈਆਂ, ਥੱਲੇ ਹੀ ਗਿਰ ਗਈਆਂ। ਤੇ ਉਹਦੇ ਲਈ ਇਹਨਾਂ ਨੂੰ ਚਾਹੀਦਾ ਸੀ ਵੀ ਦੇਖਣਾ ਵੀ ਕਿਹੜੀਆਂ ਚੀਜ਼ਾਂ ਕੰਮ ਕੀਤੀਆਂ, ਕਿਹੜੀਆਂ ਨਹੀਂ ਕੀਤੀਆਂ। ਹੁਣ ਇੱਕ ਦੇਸ਼ ਦੇ ਵਿੱਚ 50,000 ਬੰਦਾ ਮਰ ਗਿਆ ਹੋਵੇ, ਉਹਨੂੰ ਕਮ ਸੇ ਕਮ ਇਨਕੁਆਇਰੀ ਤਾਂ ਕਰਾਉਣੀ ਚਾਹੀਦੀ ਹੈ ਨਾ। ਅਸੀਂ ਤਾਂ ਕਿਤੇ ਇੱਕ ਬੰਦਾ ਮਰ ਜਾਂਦਾ ਕਿਸੇ ਰੀਜ਼ਨ ਤੇ, ਉਹਦਾ ਵੀ ਰੌਲਾ ਪਾਉਂਦੇ ਆ ਵੀ ਇਹ ਕਿਉਂ ਬੰਦਾ ਮਰਿਆ, ਇਹਦੀ ਇਨਕੁਆਇਰੀ ਤਾਂ ਕਰਾਓ, ਪਤਾ ਲੱਗੇ ਵੀ ਕੀ ਗੱਲ ਕੀ ਹੋਈ ਜੀ। ਜਿਸ ਦੇਸ਼ ਦੇ ਵਿੱਚ 50,000 ਬੰਦਾ ਮਰਿਆ ਹੋਵੇ ਤਾਂ ਉਸ ਦੇਸ਼ ਨੇ ਕੋਈ ਇਨਕੁਆਇਰੀ ਨਾ ਕਰਾਈ ਹੋਵੇ। ਉਹ ਹੁਣ ਮੈਡੀਕਲ ਐਕਸਪਰਟ ਇਹ ਕਹਿੰਦੇ ਆ ਕੈਨੇਡਾ ਦੇ ਜੀ ਵੀ ਇਹ ਜਰਨਲ ਨੇ ਤਾਂ ਨਹੀਂ ਗੱਲ ਕਹੀ ਇਹ, ਉਹ ਕਹਿੰਦੇ ਵੀ ਸਾਨੂੰ ਪੜ੍ਹ ਕੇ ਲੱਗਦਾ ਹੈ ਇੰਟਰਨੈਸ਼ਨਲੀ ਜਿਹੜੇ ਸਾਡੀ ਆਲੋਚਨਾ ਕਰਦੇ ਆ ਕਿ ਅਸੀਂ ਇਹ ਜਾਣਿਆ ਹੀ ਨਹੀਂ ਵੀ ਹੋਇਆ ਕੀ ਸਾਨੂੰ। ਜੇ ਸਾਡਾ ਸਿਸਟਮ ਸੀ ਜਿਹਨੂੰ ਅਸੀਂ ਰੌਲਾ ਪਾਉਂਦੇ ਆ, ਪਹਿਲਾਂ ਲੋਕਾਂ ਦੇ ਮਨ ਚ ਹੁੰਦਾ ਸੀ ਵੀ ਜਾਂ ਦੋ ਹੀ ਸਿਸਟਮ ਹੈ ਜੀ, ਇੱਕ ਪ੍ਰਾਈਵੇਟ ਸਿਸਟਮ ਆ US ਦੇ ਕੋਲ ਆ, ਸਾਡਾ ਪਬਲਿਕ ਆ ਜਿੱਥੇ ਸਰਕਾਰ ਪੇ ਕਰਦੀ ਹੈ। ਹਾਲਾਂਕਿ ਜੇ ਤੁਸੀਂ ਦੇਖੋ ਵੀ ਦਵਾਈਆਂ ਤੁਸੀਂ ਲੈਣੇ ਆ, ਬਹੁਤੀਆਂ ਸਰਵਿਸਿਜ਼ ਦੇ ਤੁਸੀਂ ਪੈਸੇ ਦਿੰਨੇ ਆ, ਤਕਰੀਬਨ 70% ਜਿਹੜੀ ਗਵਰਨਮੈਂਟ ਪੇ ਕਰਦੀ ਆ, ਉਹ ਵੀ ਪੇ ਕਰਦੀ ਕਿਉਂਕਿ ਤੁਸੀਂ ਟੈਕਸ ਜ਼ਿਆਦਾ ਦਿੰਨੇ ਆ। ਇਹ ਮਤਲਬ ਲੈ ਕੇ ਨਹੀਂ ਆਉਂਦੇ ਕਿਤੇੋਂ, ਤੁਹਾਡੇ ਟੈਕਸ ਤਾਂ ਨਹੀਂ ਪੇ ਕਰਦੇ ਆ। 30% ਤੁਸੀਂ ਆਪਣੀ ਜੇਬ ਚੋਂ ਦਿੰਨੇ ਆ, ਸਿੱਧੇ ਤੌਰ ਤੇ ਕੈਸ਼ ਦਿੰਨੇ ਆ। ਸੋ ਹੋਰ ਵੀ ਦੁਨੀਆ ਦੇ ਵਿੱਚ ਹੈਗੇ ਆ ਸਿਸਟਮ ਜਿਹੜੇ ਇਹਨਾਂ ਦੇ ਵਿਚਕਾਰ ਆ। ਜਿੱਦਾਂ ਨੈਦਰਲੈਂਡ ਦੇ ਕੋਲ ਇੱਕ ਸਿਸਟਮ ਆ, ਉਹਨਾਂ ਨੇ ਜਿਹੜਾ ਬੇਸਿਕਲੀ ਤਾਂ ਪ੍ਰਾਈਵੇਟ ਇੰਸ਼ੋਰੈਂਸ ਆ, ਪਰ ਉਹ ਪ੍ਰਾਈਵੇਟ ਇੰਸ਼ੋਰੈਂਸ ਜਿਹੜੀਆਂ ਨਾਨ ਪ੍ਰੋਫਿਟ ਆ, ਉਹਨਾਂ ਨੇ ਜਿੱਦਾਂ ਚਰਚਾਂ ਨੂੰ ਦਿੱਤੀਆਂ ਆ, ਯੂਨੀਅਨਸ ਨੂੰ ਦਿੱਤੀਆਂ ਆ, ਹੋਰ ਸੰਸਥਾਵਾਂ ਨੂੰ ਦਿੱਤੀਆਂ ਲੀਡਿੰਗ ਨੂੰ, ਵੀ ਤੁਸੀਂ ਇੰਸ਼ੋਰੈਂਸ ਸਰਵਿਸਿਜ਼ ਪ੍ਰੋਵਾਈਡ ਕਰੋ ਜਿਹੜੀਆਂ ਹਰ ਇੱਕ ਚੀਜ਼ ਨੂੰ ਪੇ ਕਰਨ। ਤੇ ਉਹ ਬੜੇ ਵਧੀਆ ਢੰਗ ਦੇ ਨਾਲ ਉਹਨਾਂ ਦਾ ਚੱਲ ਰਿਹਾ ਜੀ, ਪਰ ਪ੍ਰੋਫਿਟ ਨਹੀਂ ਤੁਸੀਂ ਬਣਾਉਣਾ ਇਹ ਤੋਂ। ਹੁਣ ਅਮਰੀਕਨ ਸਿਸਟਮ ਨੂੰ ਇਸੇ ਕਰਕੇ ਥੋੜੇ ਨਿੰਦੇ ਆ ਵੀ ਇਹਨਾਂ ਦੇ ਇੰਸ਼ੋਰੈਂਸ ਕਾਰਪੋਰੇਸ਼ਨਸ ਜਿਹੜੀਆਂ ਆ ਉਹ ਇੰਸ਼ੋਰੈਂਸ ਤਾਂ ਕਰਦੀਆਂ ਪਰ ਉਹ ਬੜਾ ਮਨਾਮੋਹੀ ਪ੍ਰੋਫਿਟ ਬਣਾਉਂਦੀਆਂ। ਤੇ ਉਹਨਾਂ ਦੀ ਹੁੰਦੀ ਆ ਕਿ ਪੈਸੇ ਘੱਟ ਲੱਗਣ ਤੇ ਜਿਹੜੇ ਜੇਬ ਵੱਲੋਂ ਜ਼ਿਆਦਾ ਆਉਣ ਸਾਡੇ, ਤੇ ਉਹਦੇ ਵਿੱਚ ਵੱਡੀ ਘਾਟ ਇਹ ਆ ਜੀ। ਸਾਡੇ ਜਿਹਨੂੰ ਰੌਲਾ ਪਾਉਂਦੇ ਸੀ ਕਿ ਸਰਕਾਰ ਦੀਆਂ ਸੇਵਾਵਾਂ ਨੇ, ਸਰਕਾਰ ਦੀਆਂ ਸੇਵਾਵਾਂ ਨੇ, ਕਹਿੰਦੇ ਐਮਰਜੈਂਸੀ ਦੇ ਦਰਵਾਜ਼ੇ ਬੰਦ ਹੋ ਗਏ। ਐਮਰਜੈਂਸੀ 'ਚ ਲੋਕੀ ਮਤਲਬ ਕਈਆਂ ਥਾਂ ਤੇ ਕੈਨੇਡਾ ਦੇ ਵਿੱਚ ਰਿਕਾਰਡ ਕੀਤਾ ਕਿ ਐਮਰਜੈਂਸੀ ਦੇ ਵਿੱਚ ਹੀ ਮਰ ਗਏ ਜਾ ਕੇ। ਵੀ ਕੀ ਹੋਇਆ ਸਾਡੇ ਸਿਸਟਮ ਨੂੰ। ਬਿਲਕੁਲ। ਫਿਰ ਉੱਥੇ ਹਸਪਤਾਲਾਂ ਦੇ ਵਿੱਚ ਜਗ੍ਹਾ ਹੈ ਨਹੀਂ ਗੀ। ਜਿੱਦਾਂ ਜਿੱਦਾਂ ਲੋਕਾਂ ਨੂੰ ਤੁਸੀਂ ਦੱਸਦੇ ਰਹੇ ਗਏ ਆ ਉਹਨਾਂ ਨੇ ਕੀਤਾ, ਇਹ ਲੋਕਾਂ ਦੀ ਗਲਤੀ ਨਹੀਂ ਹੈ ਜੀ। ਸੋ ਸਾਡੇ ਸਿਸਟਮ ਨੂੰ ਕੀ ਹੋ ਗਿਆ, ਇੱਕ ਸਭ ਤੋਂ ਪਹਿਲਾਂ ਵੱਡੀ ਗੱਲ ਹੈਗੀ ਆ ਜਿਹੜੀ ਟਰੂਡੋ ਨੇ ਵੱਡੀ ਮਿਸਟੇਕ ਕੀਤੀ ਸੀ ਕਿ ਤੁਸੀਂ ਅਰਬਾਂ ਡਾਲਰ ਲਾਤੇ ਰਿਸਰਚ ਕਰਨ ਤੇ ਇਸ ਸ਼ਾਹ ਨਾਲ ਕਿ ਚੀਨ ਵਾਲਿਆਂ ਨੇ ਸਾਡੇ ਨਾਲ ਇੱਕ ਜੁਆਇੰਟ ਰਿਸਰਚ ਕਰਨੀ ਹੈ, ਅਸੀਂ ਇਕੱਠਿਆਂ ਨੇ ਇੱਕ ਵੈਕਸੀਨ ਕੱਢਣੀ ਹੈ। ਤੇ ਉਹ ਅਖੀਰ ਦੇ ਵਿੱਚ ਜਾ ਕੇ ਉਹ ਮੁੱਕਰ ਗਏ, ਉਹਨਾਂ ਨੇ ਡਾਟਾ ਨਹੀਂ ਦਿੱਤਾ ਸਾਨੂੰ, ਤੇ ਸਾਡੀ ਰਿਸਰਚ ਕਿਤੇ ਨਹੀਂ ਗਈ। ਤਾਂ ਉਸ ਵੇਲੇ ਵੈਸੇ ਵੀ ਲੇਟ ਸੀ। ਜੇ ਤੁਸੀਂ ਆਰਡਰ ਕਰਨੀਆਂ ਵੈਕਸੀਨਸ ਨਾ, ਬਾਕੀ ਦੇ ਦੇਸ਼ ਜਿਨ੍ਹਾਂ ਤੋਂ ਹੈ ਨਹੀਂ ਸੀ ਆਪਣੀ ਵੈਕਸੀਨ, ਉਹਨਾਂ ਨੇ ਪਹਿਲਾਂ ਹੀ ਆਰਡਰ ਕੀਤੀਆਂ ਸੀ। ਪਹਿਲਾਂ ਆਰਡਰ ਕਰਨ ਦਾ ਮਤਲਬ ਹੈ ਤੁਹਾਨੂੰ ਸਸਤੀਆਂ ਮਿਲੀਆਂ ਹੋਣੀਆਂ, ਤੁਸੀਂ ਆਪਣੀਆਂ ਥੋੜੀਆਂ ਕੰਡੀਸ਼ਨ ਵੀ ਰੱਖਦੇ ਆ, ਅਸੀਂ ਇੰਨੀਆਂ ਲੈਣੀਆਂ ਤੇ ਇਸ ਭਾਅ ਲੈਣੀਆਂ ਤੇ ਇੰਨੀ ਇਹਨਾਂ ਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ। ਅਸੀਂ ਮਹਿੰਗੇ ਭਾਅ ਲਈਆਂ ਤੇ ਲਈਆਂ ਵੀ ਫਿਰ ਇੰਨੀ ਜ਼ਿਆਦਾ ਜਿਹੜੀਆਂ ਅੱਜ ਤਾਈਂ ਲੋਕਾਂ ਨੂੰ ਦੇਈ ਜਾਂਦੇ ਆ। ਉਹ ਇਸ ਕਰਕੇ ਨਹੀਂ ਦਿੰਦੇ ਵੀ ਸਾਨੂੰ ਲੋੜ ਆ, ਇਸ ਕਰਕੇ ਵੀ ਟਰੂਡੋ ਨੇ ਖਰੀਦ ਹੀ ਜ਼ਿਆਦਾ ਲਈਆਂ। ਖਰੀਦ ਜ਼ਿਆਦਾ ਲਈਆਂ ਇਸ ਕਰਕੇ ਕਿਉਂਕਿ ਕੰਪਨੀਆਂ ਉਸ ਵੇਲੇ ਦਿੰਦੀਆਂ ਨਹੀਂ ਸੀ ਸਾਨੂੰ। ਜਿਹੜੇ ਜਦੋਂ ਵੀ ਮੋਡਰਨਾ ਨੂੰ ਪੁੱਛਦੇ ਸੀ, ਫਾਈਜ਼ਰ ਵਾਲਿਆਂ ਨੂੰ ਪੁੱਛਦੇ ਸੀ ਕਿ ਤੁਸੀਂ ਵੈਕਸੀਨ ਸਾਨੂੰ ਦਿਓ, ਉਹ ਕਹਿੰਦੇ ਇੰਨੀਆਂ ਸਾਡੇ ਤੋਂ ਲਾਓਗੇ ਇਸ ਪ੍ਰਾਈਸ ਤੇ ਤਾਂ ਦੇਵਾਂਗੇ ਅਸੀਂ। ਮਤਲਬ ਫੇਰ ਉਸ ਵੇਲੇ ਕੰਡੀਸ਼ਨ ਉਹਨਾਂ ਦੀਆਂ ਹੋ ਗਈਆਂ।
ਇਹ ਵੀ ਹੁਣ ਹੈਲਥ ਐਕਸਪਰਟਸ ਕਹਿੰਦੇ ਵੀ ਇਸ ਇਸ਼ੂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇੱਕ BC ਸਰਕਾਰ ਨੇ ਜਾਂਚ ਕਰਵਾਈ ਸੀ, ਜੇ ਤੇ ਬਹੁਤ ਕੰਡੀਸ਼ਨ ਲਾਈਆਂ ਇਹਨਾਂ ਨੇ, ਬਹੁਤ ਆਪਣੇ ਬਿਊਰੋਕਰੇਟਸ ਤੋਂ ਹੀ ਕਰਾਈ ਸੀ ਕਿ ਜੋ ਸਰਕਾਰ ਨੇ ਕੀਤਾ ਤੁਸੀਂ ਉਹਦੀ ਨੁਕਤਾਚੀਨੀ ਨਹੀਂ ਕਰਨੀ, ਮਤਲਬ ਕਈ ਕੰਡੀਸ਼ਨਾਂ ਰੱਖੀਆਂ ਸੀ ਜੀ, ਤੇ ਤੁਸੀਂ ਰეკਮੈਂਡੇਸ਼ਨ ਕੋਈ ਨਹੀਂ ਦੇਣੀ। ਇਹ ਪਹਿਲੀ ਕਿਸਮ ਦੀ ਇਨਕੁਆਇਰੀ ਹੋਣੀ ਇਦਾਂ ਦੀ, ਜਿਸ ਚ ਪਹਿਲਾਂ ਦੱਸਿਆ ਹੋਵੇ ਤੁਸੀਂ ਕਤਲ ਹੋ ਗਿਆ ਆ ਤਾਂ ਉਹਦੀ ਜਾਂਚ ਕਰਨੀ ਆ। ਦੇਖੋ, ਘਰਦਿਆਂ ਤੇ ਸ਼ੱਕ ਨਹੀਂ ਕਰਨੀ, ਪਿੰਡ ਵਾਲਿਆਂ ਤੇ ਸ਼ੱਕ ਨਹੀਂ ਕਰਨੀ, ਜ਼ਿਲ੍ਹੇ ਵਾਲਿਆਂ ਤੇ ਸ਼ੱਕ ਨਹੀਂ ਕਰਨੀ, ਤੇ ਕਿਸੇ ਬੰਦੇ ਨੂੰ ਫੜਨਾ ਨਹੀਂ, ਪਰ ਜਾਂਚ ਜ਼ਰੂਰ ਕਰਨੀ ਹੈ। ਇਦਾਂ ਦੀ ਇਹਨਾਂ ਦੀ ਜਾਂਚ ਸੀ। ਤੇ ਉਹ ਇਹਦੇ ਬਾਵਜੂਦ ਵੀ ਜਿਨ੍ਹਾਂ ਨੇ ਜਾਂਚ ਕੀਤੀ ਉਹਨਾਂ ਨੇ ਰეკਮੈਂਡੇਸ਼ਨ ਫੇਰ ਵੀ ਦੇਤੀਆਂ ਵੀ ਦੇਖੋ ਬਹੁਤ ਕੁਝ ਹੋਇਆ, ਬਹੁਤ ਵੱਡੀ ਤਰਾਸਦੀ ਹੋਈ ਸਾਡੇ ਨਾਲ ਵੀ ਸਾਡਾ ਐਡਾ ਵੱਡਾ ਸਿਸਟਮ ਜਿਹੜਾ ਕਲੈਪਸ ਹੋ ਗਿਆ, ਜਿਹੜਾ ਕਾਮਯਾਬ ਹੋ ਗਿਆ। ਇਸ ਕਰਕੇ ਜਿਹੜੀ ਜਿੰਨੀ ਕੁ ਵੀ ਕਾਮਯਾਬੀ ਹੋਈ ਹੈ, ਜਿੰਨੇ ਬੰਦੇ ਤਾਂ ਬਹੁਤ ਮਰੇ, 50,000 ਬੰਦਾ ਮਰਿਆ, ਹੋਰ ਵੀ ਮਰ ਸਕਦੇ ਸੀ, ਪਰ ਫੇਰ ਵੀ ਕੈਨੇਡੀਅਨ ਲੋਕਾਂ ਨੇ ਬਹੁਤ ਸਾਥ ਦਿੱਤਾ। ਜਿੱਦਾਂ ਤੁਸੀਂ ਕਹਿੰਦੇ ਰਹੇ ਉਦਾਂ ਹੀ ਕਰਦੇ ਰਹੇ, ਇਹਨਾਂ ਨੇ ਆਪੋਜੀਸ਼ਨ ਨਹੀਂ ਕੀਤੀ। ਥੋੜੇ ਜਿਹੇ ਬੰਦੇ ਸੀਗੇ ਜਿਹੜੇ ਉਹ ਟਰੱਕਰਸ ਗਏ ਸੀ ਆਟਵਾ ਦੇ ਵਿੱਚ ਪ੍ਰੋਟੈਸਟ ਕਰਨ, ਪਰ ਵੱਡੇ ਪੱਧਰ ਤੇ ਕੈਨੇਡੀਅਨ ਲੋਕਾਂ ਨੇ ਉਹੀ ਕੁਝ ਕੀਤਾ ਜਿਹੜਾ ਹੈਲਥ ਅਥਾਰਟੀਜ਼ ਨੇ ਉਹਨਾਂ ਨੂੰ ਦੱਸਿਆ ਸੀਗਾ। ਤੇ ਅੱਜ ਤਾਈਂ ਤੁਸੀਂ ਦੇਖਦੇ ਆ ਲੋਕੀ ਮਾਸਕ ਪਾ ਕੇ ਤੁਰੇ ਫਿਰਦੇ ਆ। ਕਈ ਵਾਰੀ ਇਕੱਲੇ ਹੀ ਬੰਦੇ ਬੈਠੇ, ਇਕੱਲੇ ਆਪਣੀ ਕਾਰ 'ਚ ਹੀ ਮਾਸਕ ਲਾਇਆ ਹੁੰਦਾ, ਉਹਨੂੰ ਪੁੱਛੋ ਵੀ ਕਾਰ ਦੇ ਪਤਾ ਨਹੀਂ ਆਪਣੇ ਆਪ ਤੋਂ ਹੀ ਖਤਰਾ ਹੈ। ਸੋ ਕੀ ਕਰਾਉਣਗੇ ਜਾਂ ਨਹੀਂ ਕਰਾਉਣਗੇ, ਪਰ ਕਮ ਸੇ ਕਮ ਹੈਲਥ ਐਕਸਪਰਟਸ ਮੰਗ ਕਰਦੇ ਇਹਦੀ। ਜੀ। ਸੋ ਡਾਕਟਰ ਸਾਹਿਬ, ਟਰੂਡੋ ਅੱਜ ਆਪਣੇ ਮੰਤਰੀ ਮੰਡਲ ਦਾ ਵਿੱਚ ਫੇਰਬਦਲ ਕਰ ਰਹੇ ਹੈ, ਵਾਧਾ ਕਰ ਰਹੇ ਹੈ, ਔਰ ਮੰਤਰੀਆਂ ਨੇ ਜਿਵੇਂ ਭੱਜਣਾ ਸ਼ੁਰੂ ਕਰ ਦਿੱਤਾ ਹੈ। ਇਹਨੂੰ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀ ਉਹ ਕਹਾਵਤ ਸੀ ਕਿ ਡੁੱਬਦੇ ਜਹਾਜ਼ 'ਚ ਚੂਹੇ ਛਾਲਾਂ ਮਾਰਦੇ ਹੁੰਦੇ ਆ, ਹੁਣ ਉਹ ਸਾਰੇ ਕਹਿਣ ਲੱਗ ਪਏ ਮੈਂ ਵੀ ਨਹੀਂ ਇਲੈਕਸ਼ਨ ਲੜਦਾ, ਹਨਾ। ਇਹ ਕੀ ਕਾਰਨ ਹੈ? ਇਹਦੀ ਗੱਲ ਹੈ ਵੀ ਹੁਣ ਤੁਸੀਂ ਕਹ ਲਓ ਕਿ ਅੱਧ ਤਾਈਂ ਆ ਚੁੱਕੇ ਆ ਜੀ, ਤੇ ਇਸ ਵੇਲੇ ਜੇ ਤੁਸੀਂ ਜਿਹੜਾ ਮਰਜ਼ੀ ਓਪੀਨੀਅਨ ਪੋਲ ਲੈ ਲਓ ਜੀ, ਤੇ ਜਸਟਨ ਟਰੂਡੋ ਤੇ ਲਿਬਰਲਸ ਥੱਲੇ ਨੂੰ ਜਾ ਰਹੇ ਆ ਜੀ, ਕਾਫੀ ਥੱਲੇ ਨੂੰ ਜਾ ਰਹੇ ਆ। ਲੋਕਾਂ 'ਚ ਗੁੱਸਾ ਆ, ਗੁੱਸਾ ਇੰਨਾ ਸੀ ਵੀ ਜਿੱਥੇ ਵੀ ਪ੍ਰਧਾਨ ਮੰਤਰੀ ਗਏ ਆ ਪਿੱਛੇ ਜਾਏ, ਹਰ ਇੱਕ ਥਾਂ ਤੇ ਲੋਕੀ ਇਹਨਾਂ ਨੂੰ ਅਪੋਜ਼ ਕਰਨ ਆਏ। ਤੇ ਸਭ ਤੋਂ ਮਾੜਾ ਪ੍ਰਾਈਮ ਮਿਨਿਸਟਰ ਕੈਨੇਡੀਅਨਸ ਨੇ ਇਹਨਾਂ ਨੂੰ ਗਿਣਿਆ। ਸੋ ਘਰ ਦੇ ਭਾਅ ਕਹਿੰਦੇ ਹੁੰਦੇ ਡੇਢੀ ਤੋਂ ਦਸਤ ਪੈਂਦੇ ਆ। ਤੇ ਇਸ ਵੇਲੇ ਜੋ ਕੈਬਨਿਟ ਸ਼ਫਲ ਕਰਦੀਆਂ ਸਰਕਾਰਾਂ, ਉਦੋਂ ਇੱਕ ਨਵੀਂ ਰੂਹ ਭਰਨ ਦੀ ਗੱਲ ਹੁੰਦੀ ਹੈ। ਏਦਾਂ ਸੋਚਦੇ ਵੀ ਇਹ ਨਵੀਂ, ਹੁਣ ਅਸੀਂ ਚਮਕਾਪ ਜਿਹਦਾ ਲੀਪਾ ਪੋਚੀ ਕਰਦੀ ਹੈ, ਰੰਗ ਰੋਗਨ ਜਿਹਾ ਕਰਦੇ ਹੁੰਦੇ ਅਸੀਂ ਘਰਾਂ ਤੇ ਕਿ ਨਵਾਂ ਲੱਗਣ ਲੱਗ ਪਵੇ। ਹੁੰਦਾ ਤਾਂ ਪੁਰਾਣਾ ਹੀ ਘਰ ਆ, ਪਰ ਉਹ ਰੰਗ ਰੋਗਨ ਦੇ ਨਾਲ ਲੱਗਣ ਲੱਗ ਪੈਂਦਾ, ਨਵਾਂ ਹੁੰਦਾ। ਤੇ ਕੈਬਨਿਟ ਦੇ ਵਿੱਚ ਵੀ ਇਹੀ ਹੁੰਦਾ ਹੈ। ਤੇ ਬਹੁਤੇ ਕੈਬਨਿਟ ਮਿਨਿਸਟਰ ਤਾਂ ਜਿਹੜੇ ਕਾਫੀ ਲੰਬਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਉੱਥੇ, ਯੈਸ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਆਪਣੀਆਂ ਰਾਈਡਿੰਗ ਤੋਂ ਵੀ ਅਸੀਂ ਜਿੱਤਣਾ ਨਹੀਂ। ਉਹਨਾਂ ਨੇ ਪਹਿਲਾਂ ਹੀ ਕਹਿਤਾ। ਹੋ ਸਕਦਾ ਕਿਸੇ ਦੇ ਵਿੱਚੋਂ ਕਈ ਵਾਰੀ ਕੈਨੇਡਾ ਦੇ ਵਿੱਚ ਵੈਸੇ ਬੰਦੇ ਹੈਗੇ ਆ ਜਿਹੜੇ ਕਹਿੰਦੇ ਆ ਵੀ ਬਹੁਤ ਹੋ ਗਿਆ, ਬਹੁਤ ਚਿਰ ਹੋ ਗਿਆ, ਕਿਉਂਕਿ ਜੇ ਆਮ ਬੰਦਾ ਦੇਖੇ ਕੋਈ ਨਾ, ਆਟਵਾ ਦੇ ਵਿੱਚ ਜਾ ਕੇ ਰਹਿਣਾ ਸੌਖਾ ਨਹੀਂ। ਉੱਥੇ ਤੁਸੀਂ ਦੇਖੋ ਕਿੱਡਾ ਦੇਸ਼ ਆ, ਕਿੱਥੋਂ ਲੋਕੀ ਆਉਂਦੇ ਆ, ਉਹ ਇੱਥੋਂ ਛੱਡ ਕੇ ਆਟਵਾ ਨੂੰ ਜਾਂਦੇ ਆ। ਹਰੇਕ ਵੀਕ ਦੇ ਵਿੱਚ ਜਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਹੁੰਦੀ ਹੈ, ਤੁਸੀਂ ਇੱਥੋਂ ਸੰਡੇ ਰਾਤ ਨੂੰ ਚਲ ਜਾਂਦੇ ਆ, ਫਰਾਈਡੇ ਰਾਤ ਨੂੰ ਮੁੜ ਕੇ ਆਉਂਦੇ ਆ। ਤੁਹਾਡੀ ਫੈਮਿਲੀ ਲਾਈਫ ਕਿੱਧਰ ਗਈ? ਤੇ ਆਟਵਾ ਵੀ ਮਾਸਕੋ ਤੋਂ ਬਾਅਦ ਜਿਹੜੀ ਸੈਕੰਡ ਕੋਲਡੈਸਟ ਕੈਪੀਟਲ ਆ ਸਾਡੀ। ਮਾਸਕੋ ਸਭ ਤੋਂ ਕੋਲਡ ਹੈ, ਸਾਡੀ ਉਦੋਂ ਦੂਜੇ ਨੰਬਰ ਤੇ ਆਉਂਦੀ ਜੀ। ਤੇ ਉੱਥੇ ਰਹਿਣਾ ਕੋਈ ਸੌਖਾ ਨਹੀਂ। ਸੋ ਬਹੁਤੇ ਤਾਂ ਉਹਨਾਂ ਦੇ ਵਿੱਚੋਂ ਹੁਣ 7 ਬੰਦੇ ਛੱਡ ਕਹਿ ਰਹੇ ਆ ਵੀ ਅਸੀਂ 7 ਬੰਦੇ ਉਹ ਕਿਆਸ ਰਾਹੀਂ ਲੱਗਦੇ ਆ ਵੀ 7 ਬੰਦਿਆਂ ਨੂੰ ਤਾਂ ਉਹਨਾਂ ਨੇ ਇਲੈਕਸ਼ਨ ਨਹੀਂ ਲੜਨੀ। ਤੇ 4 ਤਾਂ ਉਦਾਂ ਹੀ ਵੈਸੇ ਕਹਿ ਚੁੱਕੇ ਆ, 3 ਨੂੰ ਕੱਢ ਦੇਣਾ ਉਹਨਾਂ ਨੇ। ਮੈਂਡੀਸੀਨੋ ਇੱਕ ਉਹਨਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਕਾਫੀ ਬੱਜਰ ਗਲਤੀ ਕੀਤੀ ਸੀ। ਪਿੱਛੇ ਜਾਏ ਪਾਲ ਬਰਨਾਰਡੋ ਜਿਹੜਾ ਕਾਤਲ ਹੈ ਇੱਕ, ਉਹਨੇ ਲੜਕੀਆਂ ਮਾਰੀਆਂ ਸੀ ਬਹੁਤ ਗਰੂਸਮ ਤਰੀਕੇ ਦੇ ਨਾਲ, ਬਹੁਤ ਭੱਦੇ ਤਰੀਕੇ ਦੇ ਨਾਲ। ਜਦੋਂ ਉਹਨਾਂ ਨੇ ਮਾਰੀਆਂ ਲੜਕੀਆਂ, ਉਸ ਵੇਲੇ ਇੰਟੀਰੀਓ ਦੇ ਵਿੱਚ
ਬਹੁਤ ਮੀਡੀਆ ਨੇ ਕਵਰੇਜ ਦਿੱਤੀ ਤਾਂ ਉਹ ਲੋਕਾਂ ਨੂੰ ਉਹ ਦਿਨ ਯਾਦ ਆ। ਲੋਕੀ ਕਹਿੰਦੇ ਸੀ ਵੀ ਇਸ ਘਿਨਾਉਣੇ ਤਰੀਕੇ ਦੇ ਨਾਲ ਉਹਨਾਂ ਦਾ ਕਤਲ ਕੀਤਾ ਤੇ ਹੁਣ ਉਹ ਜੇਲ੍ਹ ਦੇ ਵਿੱਚ ਸੀ, ਉਹਨੂੰ ਮੈਕਸਿਮਮ ਸਿਕਿਉਰਿਟੀ ਚੋਂ ਮਿਨੀਮਮ ਸਿਕਿਉਰਿਟੀ ਦੇ ਵਿੱਚ, ਮੀਡੀਅਮ ਸਿਕਿਉਰਿਟੀ ਦੇ ਵਿੱਚ ਸ਼ਿਫਟ ਕੀਤਾ ਸੀ ਉਹਨਾਂ ਨੇ। ਅੱਛਾ, ਮਿਨਿਸਟਰ ਨੂੰ ਪਤਾ ਹੀ ਨਹੀਂ ਹੈ, ਉਹ ਕਹਿੰਦਾ ਮੈਨੂੰ ਪਤਾ ਨਹੀਂ। ਉਹ ਜੇਲ੍ਹ ਅਥਾਰਟੀਜ਼ ਉਹ ਕਹਿੰਦੇ ਵੀ ਅਸੀਂ ਤਾਂ ਇਹਨੂੰ 3 ਮਹੀਨੇ ਪਹਿਲਾਂ ਦੱਸ ਸਾਡਾ ਜਿਹੜਾ ਪ੍ਰੋਟੋਕਾਲ ਹੁੰਦਾ ਸੀ ਅਸੀਂ ਦੱਸ ਦਿੱਤਾ ਸੀ। ਅੱਛਾ, ਇਹ ਝੂਠ ਸੀ ਸਦਾ ਵੀ ਮੇਰੇ ਜਿਹੜੇ ਮੇਰੇ ਅਸਿਸਟੈਂਟ ਆ, ਮੇਰੇ ਜਿਹੜੇ ਆਫਿਸ ਵਾਲੇ ਆ, ਉਹਨਾਂ ਨੇ ਮੈਨੂੰ ਦੱਸਿਆ ਹੀ ਨਹੀਂ। ਸ਼ਿਫਟ ਕਰਨ ਤੋਂ 3 ਦਿਨ ਪਹਿਲਾਂ ਵੀ ਉਹ ਕਹਿੰਦੇ ਸੀ ਸੂਚਨਾ ਦਿੱਤੀ ਸੀ ਇਹਦੀ। ਅੱਛਾ, ਇਹ ਕਦੇ ਹੋ ਨਹੀਂ ਸਕਦਾ ਵੀ ਤੁਹਾਡੇ ਜਿਹੜੇ ਬੰਦੇ ਕੰਮ ਕਰਦੇ ਆਫਿਸ ਦੇ ਵਿੱਚ ਉਹ ਤੁਹਾਨੂੰ ਨਾ ਦੱਸਣ। ਇਹਦਾ ਡਿਪਟੀ ਜਿਹੜਾ ਹੈ ਉਹ ਧੰਨਵਾਦ ਕਰੀ ਜਾਂਦਾ ਉਹਨਾਂ ਦਾ ਵੀ ਤੁਸੀਂ ਸਾਨੂੰ ਸੂਚਨਾ ਦਿੱਤੀ ਹੈ। ਇਹ ਕਹਿੰਦਾ ਮੈਨੂੰ ਪਤਾ ਨਹੀਂ। ਜਦੋਂ ਸਵੇਰ ਨੂੰ ਮਿਨਿਸਟਰ ਆਉਂਦਾ ਹੀ ਆ ਨਾ, ਸਭ ਤੋਂ ਪਹਿਲਾਂ ਮੀਟਿੰਗ ਹੁੰਦੀ ਆ ਤੇ ਜਿਹੜਾ ਵੀ ਇਹਨਾਂ ਦੇ ਕੋਲ ਡਿਪਟੀ ਵੀ ਆ ਕੇ ਬੈਠਾ ਹੁੰਦਾ ਤੇ ਇਹਨਾਂ ਦਾ ਪੋਲੀਟੀਕਲ ਬੰਦਾ ਜਿਹੜਾ ਐਗਜ਼ੈਕਟਿਵ ਅਸਿਸਟੈਂਟ ਹੁੰਦਾ ਉਹ ਵੀ ਉਹਦੇ ਕੋਲ ਹੀ ਬੈਠਾ ਹੁੰਦਾ। ਸਭ ਤੋਂ ਪਹਿਲਾਂ ਉਹ ਇਹੀ ਦੱਸਦੇ ਸਾਰੀਆਂ ਖਬਰਾਂ ਜਿਹੜੀਆਂ ਮਤਲਬ ਧਿਆਨ ਚ ਉਹਨਾਂ ਦੇ ਲਿਆਉਣੀਆਂ ਚਾਹੀਦੀਆਂ ਤੇ ਬੰਦਾ ਬਾਅਦ ਦੇ ਵਿੱਚ ਵੀ ਝੂਠ ਬੋਲੇ ਵੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਤੇ ਉਹ ਥੋੜੀ ਜਿਹੀ PR ਮਾੜੀ ਸੀ ਕਿਉਂਕਿ ਤੁਸੀਂ ਹੋਰ ਬਹਾਨਾ ਲਾ ਦੋ ਚੰਗਾ ਸੀ, ਪਰ ਆਹ ਬਹਾਨਾ ਬਹੁਤ ਮਾੜਾ ਹੈ। ਜਾਂ ਇਹਦੇ ਵਿੱਚ ਦੋ ਹੀ ਗੱਲਾਂ ਹੁੰਦੀਆਂ ਨਾ, ਜੇ ਤੁਹਾਨੂੰ ਤੁਹਾਡੇ ਬੰਦੇ ਦੱਸਦੇ ਨਹੀਂ ਜਾਂ ਤਾਂ ਫਿਰ ਤੁਸੀਂ ਮੰਤਰੀ ਇੰਨੇ ਮਾੜੇ ਆ ਉਹ ਸਮਝਦੇ ਵੀ ਨਹੀਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ, ਤੇ ਜਾਂ ਤੁਹਾਨੂੰ ਕੋਈ ਪਰਵਾਹ ਹੀ ਨਹੀਂ ਹੈ। ਬਿਲਕੁਲ, ਕੁਛ ਹੁੰਦਾ ਜਾਵੇ ਤੁਹਾਡੇ ਡਿਪਾਰਟਮੈਂਟ ਵਿੱਚ ਕੁਛ ਹੋ ਜਾਵੇ ਵੀ ਤੁਹਾਨੂੰ ਕੋਈ ਪਰਵਾਹ ਨਹੀਂ। ਵੈਸੇ ਨਾਰਮਲੀ ਤਾਂ ਜਿਹੜੀ ਕਰੈਕਸ਼ਨਲ ਸਰਵਿਸਿਜ਼ ਦੀ ਜਿਹੜੀ ਪ੍ਰੋਟੋਕਾਲ ਹੁੰਦੀ ਆ ਉਹ ਕਰੀ ਜਾਂਦੇ ਆ, ਉਹਨਾਂ ਨੇ ਉਹਨੂੰ ਮੈਕਸਿਮਮ ਤੋਂ ਮੀਡੀਅਮ ਚ ਲਿਆਂਦਾ ਆ, ਉਹਦੇ ਚ ਉਹਨਾਂ ਨੇ ਪ੍ਰੋਟੋਕਾਲ ਫਾਲੋ ਕੀਤਾ ਹੈ, ਪਰ ਉਹ ਇੱਕ ਹਾਈ ਪ੍ਰੋਫਾਈਲ ਕੈਦੀ ਸੀ ਨਾ। ਬਿਲਕੁਲ, ਉਸ ਕਰਕੇ ਉਹਦੇ ਪੰਗਾ ਪੈ ਗਿਆ। ਸੋ ਇਦਾਂ ਦੇ ਮਿਨਿਸਟਰ ਜਿਹੜੇ ਹੁਣ ਬਾਹਰ ਕੱਢਣੇ ਆ, ਅਨੀਤਾ ਆਨੰਦ ਜਿਹੜੇ ਡਿਫੈਂਸ ਮਿਨਿਸਟਰ ਆ, ਉਹਨਾਂ ਦਾ ਪੋਰਟਫੋਲੀਓ ਸ਼ਿਫਟ ਕਰਨਾ ਕਹਿ ਰਹੇ ਹਾਂ। ਬਿਲਕੁਲ, ਸਾਡੇ ਡਿਫੈਂਸ ਮਿਨਿਸਟਰੀ ਦੀ ਪੋਸਟ ਇਦਾਂ ਦੀ ਆ, ਇੱਕ ਤਾਂ ਸਾਡੇ ਕੋਲ ਬਹੁਤੀ ਡਿਫੈਂਸ ਹੈ ਨਹੀਂ, ਮਿਨਿਸਟਰੀ ਵੀ ਕਾਹਦੀ ਆ ਬਿਲਕੁਲ, ਤੇ ਦੂਜਾ ਕਈ ਚੇਂਜਸ ਲਿਆ ਰਹੇ ਆ ਡਿਫੈਂਸ ਮਿਨਿਸਟਰੀ ਦੇ ਵਿੱਚ। ਉਹਦੇ ਵਿੱਚੋਂ ਸਭ ਤੋਂ ਲੇਟੈਸਟ ਚੇਂਜ ਇਹ ਆ ਗਿਆ ਹੈ ਕਿ ਔਰਤਾਂ ਨੂੰ ਭਰਤੀ ਕਰ ਰਹੇ ਆ, ਸੋਲਜਰ ਵੀ ਤੇ ਅਫਸਰਾਂ ਦੇ ਲੈਵਲ ਤੇ ਵੀ ਉਹਨਾਂ ਨੂੰ ਭਰਤੀ ਕਰ ਰਹੇ ਆ। ਤਾਂ ਫਿਰ ਇੱਕ ਜੈਂਡਰ ਦੀ ਇਸ਼ੂ ਆ ਗਈ ਆ, ਜਿਹੜੇ ਬੰਦੇ ਜੈਂਡਰ ਚੇਂਜ ਕਰਦੇ ਹੁੰਦੇ ਆ। ਬਿਲਕੁਲ, ਤੇ ਬੜੀਆਂ ਜਿਹੜੀ ਟ੍ਰੈਡੀਸ਼ਨਲ ਆਰਮੀ ਹੈ ਨਾ, ਪੁਰਾਣੇ ਕਿਸਮ ਦੀ ਬਣੀ ਆ, ਬੜੀ ਕੰਜ਼ਰਵੇਟਿਵ ਫੋਰਸ ਆ, ਇਹ ਚੇਂਜਸ ਕੋਈ ਇੰਨੀਆਂ ਸੌਖੀਆਂ ਨਹੀਂ ਇਹਨਾਂ ਬੰਦਿਆਂ ਦੇ ਵਿੱਚ ਲਿਆਉਣੀਆਂ, ਤੇ ਇਹ ਬੜੀ ਰੈਜ਼ਿਸਟ ਕਰਦੇ ਆ। ਬਿਲਕੁਲ, ਤੇ ਉਹਨਾਂ ਨੇ ਮੱਤ ਮਾਰੀ ਰੱਖੀ ਆ ਸਾਰੇ ਡਿਫੈਂਸ ਮਿਨਿਸਟਰ ਦੀ, ਪਹਿਲਾਂ ਸੱਜਣ ਦੀ ਮੱਤ ਮਾਰੀ ਰੱਖੀ ਤੇ ਫੇਰ ਅਨੀਤਾ ਆਨੰਦ ਦੀਆਂ। ਇਹਨਾਂ ਨੇ ਬੜੇ ਹੁੱਬ ਕੇ ਕਿਹਾ ਅਸੀਂ ਇਨਵੈਸਟੀਗੇਸ਼ਨ ਕਰਦੇ, ਅਸੀਂ ਆਹ ਕਰਦੇ ਆ, ਅਸੀਂ ਜੀ ਸੈਕਸ਼ੂਅਲ ਕੰਡਕਟ ਇਹਨਾਂ ਦਾ ਠੀਕ ਕਰਾਂਗੇ, ਇਹਨਾਂ ਦੀ ਇਨਕੁਆਰੀਆਂ ਕਰਾਂਗੇ, ਇਹਨਾਂ ਦੇ ਜਨਰਲਾਂ ਨੂੰ ਲਾ ਦੇਾਂਗੇ, ਪਰ ਉਹਨਾਂ ਨੇ ਇਹਨਾਂ ਨੂੰ ਲਾਤਾ। ਬੇਸਿਕਲੀ ਇਦਾਂ ਹੀ ਹੁੰਦਾ। ਸਾਡੇ ਸਭ ਤੋਂ ਵੱਧ ਜਿਹੜੇ ਚੇਂਜਸ ਆਉਂਦੀਆਂ ਡਿਫੈਂਸ ਮਿਨਿਸਟਰੀ ਦੇ ਵਿੱਚ ਆਉਂਦੀਆਂ। ਜੀ, ਉਹ ਵੀ ਸਿਰਫ ਮੰਤਰੀ ਦੇ। ਵੈਸੇ ਡਿਫੈਂਸ ਦੇ ਵਿੱਚ ਕੁਝ ਨਹੀਂ ਚੇਂਜ ਹੁੰਦਾ ਜੀ, ਉਹ ਉਦਾਂ ਜਿੱਦਾਂ ਕਰਦੇ ਆ ਉਹ ਉਦਾਂ ਹੀ ਕਰੀ ਜਾਣਾ, ਉਹ ਚੱਲੀ ਜਾਂਦਾ, ਉੱਤੇ ਬਦਲੀਆਂ ਹੋਈ ਜਾਂਦੀਆਂ, ਉੱਤੇ ਵਾਲੇ ਮੰਤਰੀ ਦੀ ਜ਼ਰੂਰ ਬਦਲੀ ਹੋ ਜਾਂਦੀ ਜੀ। ਤੇ ਹੁਣ ਨਵੀਂ ਮਿਨਿਸਟਰੀ ਕਿਹਨੂੰ ਦੇਣਗੇ, ਕਿਹੜਾ ਮਿਨਿਸਟਰ ਆਊਗਾ, ਤੇ ਪੇਸ਼ ਤਾਂ ਇਦਾਂ ਹੀ ਕਰਨਗੇ ਕਿ ਅਸੀਂ ਦੇਖੋ ਹੁਣ ਪੁਰਾਣੀ ਜਿਹੜੀ ਮਿਨਿਸਟਰੀ ਸੀ ਜਿਹਦੇ ਵਿੱਚ ਬੰਦੇ ਗਲਤ ਵੀ ਸੀ ਠੀਕ ਵੀ ਸੀ, ਪਰ ਆਹ ਨਵੇਂ ਮਿਨਿਸਟਰ ਆਏ ਆ ਤੇ ਇਹ ਤੁਹਾਨੂੰ ਨਵੀਂ ਸੇਧ ਦੇਣਗੇ। ਇਹਦੇ ਨਾਲ ਥੋੜੀ ਜਿਹੀ ਲਿਫਟ ਮਿਲ ਜਾਂਦੀ ਹੈ, ਲੋਕੀ ਸੋਚਣ ਲੱਗ ਪੈਂਦੇ ਆ ਕਿ ਚਲੋ ਹੁਣ ਨਵੇਂ ਮੰਤਰੀਆਂ ਨੇ ਕੁਝ ਨਵੇਂ ਤਰੀਕੇ ਦੇ ਨਾਲ ਕੁਝ ਕਰਨਾ ਇਹਨਾਂ ਨੇ। ਉਹ ਆ ਕੇ ਇੱਕ ਵਾਰੀ ਹੋ ਹੱਲਾ ਕਰਦੇ ਵੀ ਹੈ, ਝੰਡਾ ਜਾਂ ਮਤਲਬ ਲੋਕਾਂ ਨੂੰ ਪਹਿਲਾਂ ਮੰਤਰੀ ਕਿਸੇ ਨੂੰ ਬਣਾਵੇ ਨਾ, ਉਹਨੂੰ ਲੱਗਦਾ ਵੀ ਹੁੰਦਾ ਮੈਂ ਆਹ ਕਰ ਦਿਆਂ, ਮੈਂ ਆਹ ਕਰ ਦਵਾਂ, ਥੋੜੇ ਕੁ ਚਿਰ ਬਾਅਦ ਪਤਾ ਲੱਗ ਜਾਂਦਾ ਵੀ ਇਹ ਬਿਊਰੋਕਰੇਟ ਕੁਝ ਨਹੀਂ ਕਰਨ ਦਿੰਦੇ। ਇਹ ਤਾਂ ਉਵੇਂ ਚੱਲਣਾ ਪੈਣਾ ਜਿਵੇਂ ਸਾਰੇ ਚੱਲਦੇ। ਤੇ ਇੱਕ ਸਪੈਕੂਲੇਸ਼ਨ ਇਹ ਵੀ ਆ ਵੀ ਸ਼ਾਇਦ ਇਲੈਕਸ਼ਨ ਦੀ ਤਿਆਰੀ ਕਰ ਰਹੇ, ਇਹ ਤਾਂ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ। ਬਿਲਕੁਲ, ਹਾਲਾਂਕਿ ਉਹਨਾਂ ਨੇ ਜਵਾਬ ਦਿੱਤਾ ਹੈ, ਪਰ ਸੰਭਾਵਨਾਵਾਂ ਹੋ ਸਕਦੀਆਂ ਜੀ। ਡਾਕਟਰ ਸਾਹਿਬ, ਅਮਰੀਕਾ ਦੇ ਵਿੱਚ ਜਿਹੜੇ ਸ਼ਰਨ ਮੰਗਣ ਵਾਸਤੇ ਆਉਂਦੇ ਆ ਗੈਰ ਕਾਨੂੰਨੀ ਪ੍ਰਵਾਸੀ,
ਉਹਨਾਂ ਤੇ ਰੋਕ ਲਾਉਣ ਵਾਸਤੇ ਬਾਈਡਨ ਨੇ ਇੱਕ ਫੈਸਲਾ ਕੀਤਾ ਸੀ। ਇੱਕ ਫੈਡਰਲ ਜੱਜ ਨੇ ਉਹ ਤੇ ਰੋਕ ਦਿੱਤਾ ਉਸ ਫੈਸਲੇ ਨੂੰ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਸਾਡੀ ਜਿਹੜੀ ਵਿਊ ਆ ਲੋਕਾਂ ਦੀ ਕਿ ਅਸਾਈਲਮ ਸੀਕਰ ਜਿਹੜੇ ਗੈਰ ਕਾਨੂੰਨੀ ਹੁੰਦੇ ਆ ਜੀ, ਇਹ ਗਲਤ ਹੈ। ਕਾਨੂੰਨ ਕਹਿੰਦਾ ਆ ਅਮਰੀਕਾ ਦਾ, ਕੈਨੇਡਾ ਦਾ, ਕਿ ਕੋਈ ਅਸਾਈਲਮ ਲੈ ਸਕਦਾ ਇੱਥੇ। ਜੀ ਸੋ ਅਸਾਈਲਮ ਐਕਚੁਅਲੀ ਲੈਣੀ ਗੈਰ ਕਾਨੂੰਨੀ ਨਹੀਂ ਹੈ, ਕਾਨੂੰਨ ਹੈ। ਜੀ, ਇਹ ਕਾਨੂੰਨ ਦੀ ਪਾਲਣਾ ਕਰਦੇ, ਇਸੇ ਕਰਕੇ ਅਸਾਈਲਮ ਲੈਂਦੇ ਆ, ਪਨਾਹ ਲੈਂਦੇ ਜਿਹਨੂੰ ਅਸੀਂ ਕਹਿੰਦੇ ਜੀ। ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਇੱਕ ਵਾਰੀ ਬੈਨ ਲਾਈ ਸੀ ਰਿਫਿਊਜੀਜ਼ ਤੇ। ਜੀ, ਉਦੋਂ ਪੈਂਡੈਮਿਕ ਚੱਲਦਾ ਸੀ, ਕਰੋਨਾ ਦੀ ਇਸ਼ੂ ਸੀ। ਉਹਨਾਂ ਨੇ ਇੱਕ ਬਹਾਨਾ ਬਣਾ ਲਿਆ ਕਿ ਦੇਖੋ ਇਹ ਸਿਹਤ ਲਈ ਖਤਰਾ ਆ। ਇੱਕ ਤਾਂ ਯੂਐਸ ਦੇ ਲੋਕਾਂ ਲਈ ਵੀ ਇਹ ਕਰੋਨਾ ਲੈ ਆਉਣਗੇ, ਦੂਸਰਾ ਉਹਨਾਂ ਨੂੰ ਵੀ ਕਿਹਾ ਵੀ ਤੁਹਾਨੂੰ ਵੀ ਬਚਾਉਣ ਲਈ ਤੁਸੀਂ ਜੇ ਆ ਗਏ ਇੱਥੇ, ਹੋ ਸਕਦਾ ਸਾਡੇ ਚ ਤੁਹਾਡੇ ਚ ਨਾ ਆ ਜਾਏ, ਸਾਡੇ ਚ ਤੁਹਾਡੇ ਜਾਏ। ਵੀ ਅਸੀਂ ਇਸ ਗੱਲ ਤੇ ਵੀ ਫਿਕਰਮੰਦ ਆ। ਹਾਂ, ਬਿਲਕੁਲ। ਗੱਲ ਤਾਂ ਇਸ਼ੂ ਤਾਂ ਸੀ ਰੋਕਣੇ ਕਿਵੇਂ ਰੋਕਣੇ। ਤੇ ਉਹਦੀ ਬੜੀ ਜਦੋਂ ਪਿਛਲੀ ਇਲੈਕਸ਼ਨ ਹੋਈ ਆ ਤੇ ਉਸ ਵੇਲੇ ਜੋ ਬਾਈਡਨ ਨੇ ਬੜੀ ਨਿੰਦਿਆ ਕੀਤੀ। ਦੇਖੋ ਜੀ, ਇਹ ਬੜਾ ਬੰਦਾ ਇਨਹਿਊਮਨ ਆ, ਇਹ ਗੱਲ ਨਹੀਂ ਹੋਣੀ ਚਾਹੀਦੀ। ਇਨਸਾਨੀਅਤ ਤੋਂ ਗਿਰੀ ਹੋਈ ਆ ਤੇ ਮੈਂ ਚੇਂਜ ਕਰ ਦੂੰਗਾ, ਮੈਂ ਆ ਕਰ ਦੂੰਗਾ। ਫਿਰ ਇਹਨਾਂ ਦੀ ਸਰਕਾਰ ਆ ਗਈ, ਇਹਨਾਂ ਨੇ ਬਹੁਤ ਚਿਰ ਤਾਂ ਉਹ ਚੇਂਜ ਹੀ ਨਹੀਂ ਕੀਤੀ। ਤੇ ਫਿਰ ਪਿੱਛੇ ਜਾਏ ਤੁਹਾਨੂੰ ਪਤਾ ਹੋਣਾ ਵੀ ਜਿਹੜੇ ਐਰੀਜ਼ੋਨਾ ਤੇ ਟੈਕਸਸ ਦੇ ਵਿੱਚ ਬੰਦੇ ਆਉਂਦੇ ਸੀ, ਉਹਨਾਂ ਨੂੰ ਬੱਸਾਂ ਭਰ ਕੇ ਵਾਸ਼ਿੰਗਟਨ ਭੇਜ ਦਿੰਦੇ ਸੀ ਜਾਂ ਨਿਊਯਾਰਕ ਭੇਜ ਦਿੰਦੇ ਸੀ। ਤੇ ਉਹਨਾਂ ਨੇ ਨੈਸ਼ਨਲ ਕ੍ਰਾਈਸਿਸ ਬਣਾਤਾ। ਉਹ ਸਟ੍ਰੈਟਜੀ ਤਾਂ ਸੀ ਉਹਨਾਂ ਦੀ, ਉਹ ਕਹਿੰਦੇ ਕਿ ਦੇਖੋ ਲੋਕੀ ਇੱਥੋਂ ਆਈ ਜਾਂਦੇ ਆ, ਸਾਡੇ ਆ ਕੇ ਬੈਠੇ ਜਾਂਦੇ ਆ, ਪਰ ਅਸੀਂ ਚਾਹੁੰਦੇ ਕਿ ਸਾਰੀ ਨੇਸ਼ਨ ਨੂੰ ਹੀ ਪਤਾ ਲੱਗੇ ਵੀ ਇਹ ਕੱਲਾ ਸਾਡੀ ਪ੍ਰੋਬਲਮ ਨਹੀਂ, ਤੁਹਾਡੀ ਵੀ ਆ। ਤੇ ਉਸ ਤੋਂ ਬਾਅਦ ਹੁਣ ਫਸ ਗਏ ਜੋ ਬਾਈਡਨ ਸਾਹਿਬ ਵੀ ਜਿਹੜੀ ਮੈਂ ਪਾਲਿਸੀ 2 ਸਾਲ ਤਾਂ ਬਦਲੀ ਨਹੀਂ, ਜਿਹੜੀ ਇਲੈਕਸ਼ਨ ਦੌਰਾਨ ਤਾਂ ਮੈਂ ਕਹਿੰਦਾ ਰਿਹਾ ਵੀ ਇਹ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ, ਤੇ ਹੁਣ ਵੀ ਉਹੀ ਪਾਲਿਸੀ ਹੈ ਸਾਡੀ। ਪਰ ਲੋਕੀ ਫੇਰ ਨਹੀਂ ਰੁਕਦੇ। ਜਿਹੜੇ ਲੋਕੀ ਆਉਂਦੇ ਆ ਮੈਕਸੀਕੋ ਤੋਂ, ਉਹ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਤਰੀਕੇ ਅਪਣਾਉਂਦੇ ਆ ਉਹ ਉਹੀ ਅਪਣਾਈ ਜਾਂਦੇ ਸੀ। ਤੇ ਹਿਊਮਨ ਸਮਗਲਰ ਉੱਥੇ ਬਹੁਤ ਕੰਮ ਕਰਦੇ ਆ ਮੈਕਸੀਕੋ ਦੇ ਵਿੱਚ। ਉਹ ਤੁਹਾਨੂੰ ਸੌਦਾ ਕਰਦੇ ਵੀ ਤੁਸੀਂ ਉਧਰ ਨੂੰ ਜਾਣ ਦੇ ਕਿੰਨੇ ਪੈਸੇ ਦੇਣੇ ਆ, ਤਾਂ ਉਹ ਕੱਢ ਦਿੰਦੇ। ਉਹਨਾਂ ਦਾ ਤਰੀਕਾ ਹੈਗਾ ਕੱਢਣ ਦਾ। ਤੇ ਕੁਛ ਇੱਕ ਬੰਦੇ ਉੱਥੇ ਡਰੱਗ ਸਮਗਲਰਸ ਆ, ਉਹ ਵੀ ਬੰਦੇ ਕੱਢਦੇ ਆ ਜੀ। ਪਰ ਉਹਨਾਂ ਨੇ ਤੁਹਾਡੀ ਜੇਬ ਦੇ ਵਿੱਚ ਡਰੱਗ ਪਾਉਣੀ ਹੁੰਦੀ ਹੈ। ਡਰੱਗ ਪਾ ਕੇ ਤੁਹਾਨੂੰ ਕੱਢਣਾ। ਜੇ ਫੜੇ ਗਏ ਤਾਂ ਤੁਸੀਂ ਫੜੇ ਗਏ, ਤੇ ਨਿਕਲ ਗਏ ਤਾਂ ਉਹਨਾਂ ਦੀ ਡਰੱਗ ਨਿਕਲ ਗਈ, ਤਾਂ ਤੁਸੀਂ ਵੀ ਸੇਫ ਆ, ਉਹਨਾਂ ਦੀ ਡਰੱਗ ਵੀ ਸੇਫ ਆ। ਤੇ 2 ਤਰ੍ਹਾਂ ਦਾ ਮਤਲਬ ਧੰਦਾ ਹੁੰਦਾ ਉੱਥੇ। ਸਾਡੇ ਬੰਦੇ ਵੀ ਉੱਥੇ ਫਸਦੇ ਵੈਸੇ ਜੀ। ਤੇ ਇਹਨਾਂ ਨੇ ਫਿਰ ਬਦਲ ਕੇ ਅਸਾਈਲਮ ਸੀਕਰਸ ਨੂੰ ਇਹ ਕਹਿਤਾ ਕਿ ਉਹ ਟਰੰਪ ਵਾਲੀ ਅਸੀਂ ਪਾਲਿਸੀ ਬਦਲ ਦੇਣੀ ਆ। ਤੇ ਹੁਣ ਪਾਲਿਸੀ ਇਹਨਾਂ ਨੇ ਲਾਗੂ ਕੀਤੀ ਸੀ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਸ ਦੇਸ਼ ਦੇ ਵਿੱਚ ਆਉਨੇ ਆ, ਮਤਲਬ ਸੈਂਟਰਲ ਅਮਰੀਕਾ ਤੋਂ, ਦੂਸਰਿਆਂ ਜਗ੍ਹਾ ਤੋਂ ਜਿਹੜੇ ਆਉਂਦੇ ਆ, ਜ਼ਿਆਦਾਤਰ ਤਾਂ ਮੈਕਸੀਕੋ ਤੋਂ ਹੀ ਹੁੰਦੇ ਸੀ, ਪਰ ਜਿਹੜੇ ਵੀ ਮੈਕਸੀਕੋ ਦੇ ਵਿੱਚ ਦਾਖਲ ਹੁੰਦੇ ਆ, ਸਭ ਤੋਂ ਪਹਿਲਾਂ ਅਸਾਈਲਮ ਲਈ ਤੁਸੀਂ ਮੈਕਸੀਕੋ ਅਪਲਾਈ ਕਰੋ ਜੀ। ਜਦੋਂ ਉੱਥੋਂ ਉਹਨਾਂ ਨੇ ਨਾ ਕੀਤੀ, ਫਿਰ ਉਦੋਂ ਬਾਅਦ ਸਾਡੇ ਕੋਲ ਆਇਆ ਕਰੋ। ਤਾਂ ਦੂਸਰੀ ਇਹਨਾਂ ਨੇ ਪਾਲਿਸੀ ਲਾਈ ਸੀ ਉਦੋਂ ਹੀ ਕਿ ਤੁਸੀਂ ਜੇ ਅਸਾਈਲਮ ਲਈ ਅਪਲਾਈ ਕਰਨਾ, ਬਾਰਡਰ ਆਉਣ ਤੋਂ ਪਹਿਲਾਂ ਹੀ ਆਨਲਾਈਨ ਐਪਲੀਕੇਸ਼ਨ ਭਰੋ, ਤੇ ਫਿਰ ਉੱਥੇ ਆ ਕੇ ਤੁਹਾਨੂੰ ਅਪਾਇੰਟਮੈਂਟ ਦੇਣਗੇ, ਤੇ ਉਹ ਡਿਟਰਮਨ ਕਰਨਗੇ ਵੀ ਤੁਸੀਂ ਰਿਫਿਊਜੀ ਹੈ ਜਾਂ ਨਹੀਂ। ਜਿਹੜਾ ਪਹਿਲੀ ਜਿਹੜੀ ਤੁਹਾਡੀ ਪੋਰਟ ਆਫ ਐਂਟਰੀ ਤੇ ਰਿਕੁਆਇਰਮੈਂਟ ਆ ਜੀ। ਤੇ ਉਹ ਉਹਨਾਂ ਨੂੰ ਖਾਸ ਤੌਰ ਤੇ ਖੱਬੇ ਪੱਖੀ ਜਿਹੜੇ ਇਮੀਗ੍ਰੈਂਟ ਸਪੋਰਟਿੰਗ ਗਰੁੱਪਸ ਆ, ਉਹ ਲੈ ਕੇ ਚਲੇ ਗਏ। ਕਹਿੰਦੇ ਇਹ ਸਾਡੇ ਕਿਸੇ ਕਾਨੂੰਨ 'ਚ ਨਹੀਂ ਆ, ਇਹ ਇਹਨਾਂ ਨੇ ਕੋਈ ਆਰਡੀਨੈਂਸ ਕੱਢ ਕੇ ਰੱਖ ਦਿੱਤਾ, ਤੇ ਗੈਰ ਕਾਨੂੰਨੀ ਗੱਲ ਹੈ ਜੀ। ਤਾਂ ਉਹਨਾਂ ਦੇ ਨਾਲ ਹੁਣ ਡਿਸਟ੍ਰਿਕਟ ਕੋਰਟ ਸਹਿਮਤ ਹੋ ਗਈ। ਉਹ ਕਹਿੰਦੀ ਵਾਕਿਆ ਗੈਰ ਕਾਨੂੰਨੀ ਆ, ਇਹ ਜਿਹੜੀਆਂ ਸ਼ਰਤਾਂ ਲਾਈਆਂ ਆ ਜੋ ਬਾਈਡਨ ਨੇ, ਇਹ ਨਹੀਂ ਚੱਲਣੀਆਂ। ਪਰ ਇਹ ਡਿਸਟ੍ਰਿਕਟ ਕੋਰਟ ਦੀ ਡਿਸੀਜਨ ਸੀ। ਸੋ ਜੇ ਮੇਰਾ ਖਿਆਲ ਜੋ ਬਾਈਡਨ ਦੀ ਟੀਮ ਸਟੱਡੀ ਕਰਦੀ ਹੋਣੀ ਉਹਨਾਂ ਨੂੰ
ਕਿ ਅਪੀਲ ਕਰ ਸਕਦੇ ਜਾਂ ਨਹੀਂ ਕਰ ਸਕਦੇ। ਜੇ ਤਾਂ ਅਪੀਲ ਕਰ ਸਕਦੇ ਹੋਏ ਤਾਂ ਫਿਰ ਅਗਲੇ ਹਫ਼ਤੇ ਤਾਈਂ 14 ਦਿਨ ਦਿੱਤੇ ਉਹਨਾਂ ਨੇ, 14 ਦਿਨਾਂ ਦੇ ਵਿੱਚ ਅਪੀਲ ਕਰ ਦੇਣਗੇ। ਜੇ ਨਹੀਂ ਤਾਂ ਫਿਰ ਉਹ ਇੰਪਲੀਮੈਂਟ ਉਹੀ ਪਾਲਿਸੀ ਕਰਨਗੇ ਵੀ ਜਿਹੜਾ ਵੀ ਬੰਦਾ ਆਉਂਦਾ ਹੈ ਅਸਾਈਲਮ ਅਪਲਾਈ ਕਰੇ, ਜੋ ਜੀ ਆਵੇ ਸੋ ਰਾਜੀ ਜਾਵੇ। ਵੈਸੇ ਤਾਂ ਪਾਲਿਸੀ ਤਾਂ ਇਹਨਾਂ ਦੀ policy ਇਹੀ ਹੈ, ਹੈ, ਜਿਹੜੀ ਕਾਂਗਰਸ ਨੇ ਲਾਅ ਪਾਸ ਕੀਤਾ ਹੈ ਨਾ, ਉਹ ਤਾਂ ਇਹੀ ਆ ਵੀ ਚਾਹੇ ਕੋਈ ਬੰਦਾ ਸ਼ਿਪ ਰਾਹੀਂ ਆ ਜਾਵੇ, ਚਾਹੇ ਜਹਾਜ਼ ਰਾਹੀਂ ਆ ਜਾਵੇ, ਚਾਹੇ ਤੁਰ ਕੇ ਆ ਜਾਵੇ, ਜਿਹੜਾ ਸ਼ਰਨ ਚ ਆ ਗਿਆ ਬਸ ਤਰ ਗਿਆ, ਜਿਹੜਾ ਅੰਦਰ ਆ ਗਿਆ ਉਹਨੂੰ ਸ਼ਰਨ ਦਿਓ। ਬਿਲਕੁਲ। ਹਾਂ, ਉਦੋਂ ਬਾਅਦ ਜਦੋਂ ਉਹਦਾ ਟ੍ਰਾਇਲ ਚੱਲਣਾ ਆ, ਉਹਦਾ ਮੁਕੱਦਮਾ ਚੱਲੂਗਾ ਕੋਰਟ ਦੇ ਵਿੱਚ, ਉਹ ਕੋਰਟ ਦਾ ਜੱਜ ਫੈਸਲਾ ਕਰੂਗਾ ਵੀ ਕੀ ਇਹ ਰਿਫਿਊਜੀ ਹੈ ਜਾਂ ਨਹੀਂ ਹੈ। ਬਿਲਕੁਲ। ਤੁਸੀਂ ਬਾਰਡਰ ਤੇ ਬੈਠੇ ਬੰਦੇ ਨਹੀਂ ਦੱਸ ਸਕਦੇ। ਜਦ ਸਾਡੇ ਵੀ ਇਹੀ ਆ, ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ ਵਾਲੇ ਇਹ ਕਹਿ ਨਹੀਂ ਸਕਦੇ ਵੀ ਤੂੰ ਰਿਫਿਊਜੀ ਨਹੀਂ ਆ। ਇਹਨਾਂ ਦਾ ਕੰਮ ਹੈ ਉਸ ਬੰਦੇ ਦਾ ਰਿਫਿਊਜੀ ਸਟੇਟਸ ਕਹਿ ਰਿਹਾ, ਮੈਂ ਬੰਦਾ ਕਹਿੰਦਾ ਵੈਨਕੂਵਰ ਮੈਂ ਤਾਂ ਰਿਫਿਊਜੀ ਆ, ਉਹਨੂੰ ਜਿਹੜੇ ਨੈਸੈਸਰੀ ਫਾਰਮ ਦੇਣੇ ਆ ਦੇ ਦੇਣ। ਇਹ ਨਹੀਂ ਕਹਿ ਸਕਦੇ ਤੁਸੀਂ ਰਿਫਿਊਜੀ ਹੈ ਜਾਂ ਨਹੀਂ ਹੈ। ਇਹ ਐਕਚੁਅਲੀ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਹੈ, ਇੱਕ ਸੈਮੀ ਜੁਡੀਸ਼ੀਅਲ ਉਹ ਬੋਰਡ ਆ, ਤੇ ਉਹ ਫੈਸਲਾ ਕਰੂਗਾ ਜੱਜ ਜਿਹੜਾ ਬੈਠਦਾ ਵੀ ਤੁਸੀਂ ਰਿਫਿਊਜੀ ਹੈ ਜਾਂ ਨਹੀਂ ਹੈ ਜੀ। ਜੇ ਨਹੀਂ ਹੈ ਤਾਂ ਉਹ ਕੱਢ ਦੇਣਗੇ, ਜੇ ਹੈ ਤਾਂ ਰੱਖ ਲੈਣਗੇ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਅਗਲੀ ਖਬਰ ਵੱਲੋਂ ਵਧਦੇ ਹਾਂ ਕਿ ਅਮਰੀਕਾ ਦਾ ਮੰਨਣਾ ਹੈ ਕਿ 20ਵੀਂ ਸਦੀ ਜਿਹੜੀ ਹੈ ਉਹ ਕਹਿੰਦੇ ਅਮਰੀਕੀ ਸਦੀ ਸੀਗੀ, ਔਰ 21ਵੀਂ ਵੀ ਕਹਿੰਦੇ ਸਾਡੀ ਹੋਊਗੀ। ਦੇਖੋ, ਇਹ ਪਹਿਲੀ ਤਾਂ ਗੱਲ ਹੈ 20ਵੀਂ ਵੀ ਇਹਨਾਂ ਦੀ ਨਹੀਂ ਸੀ। 20ਵੀਂ ਦੇ ਵਿੱਚ ਜਦ ਸ਼ੁਰੂ ਦੇ ਵਿੱਚ ਤੁਸੀਂ ਕਹ ਲਓ ਕਿ 19ਵੀਂ ਸਦੀ ਤਾਂ 20ਵੀਂ ਦੇ ਸ਼ੁਰੂ ਦੇ ਵਿੱਚ ਇੰਗਲੈਂਡ ਸਭ ਤੋਂ ਵੱਡੀ ਪਾਵਰ ਸੀ। ਉਹਨਾਂ ਦਾ ਝੰਡਾ ਹਰ ਥਾਂ ਝੂਲਦਾ ਸੀ ਜੀ। ਵਾਕਈ ਉਹ ਕਹਿੰਦੇ ਹੁੰਦੇ ਵੀ ਤੇ ਇੰਗਲੈਂਡ ਦੇ ਜਿਹੜੇ ਸੂਰਜ ਨਹੀਂ ਡੁੱਬਦਾ, ਉਹਨਾਂ ਦੇ ਡੁੱਬਦਾ ਹੀ ਨਹੀਂ ਸੀ। ਤਕੜੀ ਨੇਵੀ ਸੀ, ਤਕੜੀ ਆਰਮੀ ਸੀ, ਕਾਲੋਨੀਜ਼ ਹਰ ਥਾਂ ਤੇ ਸੀ, ਅਫਰੀਕਾ ਦੇ ਵਿੱਚ, ਏਸ਼ੀਆ ਦੇ ਵਿੱਚ, ਲੈਟਿਨ ਅਮਰੀਕਾ ਦੇ ਵਿੱਚ। ਸੋ ਵਰਲਡ ਵਾਰ 1 ਦੇ ਵਿੱਚ ਤੋਂ ਬਾਅਦ ਤੁਸੀਂ ਕਹੋ ਵੀ ਉਹਨਾਂ ਦੀ ਥੋੜੀ ਜਿਹੀ ਘਟਣੀ ਸ਼ੁਰੂ ਹੋਈ ਪਾਵਰ। ਤਾਂ ਉਸ ਵੇਲੇ ਵਰਲਡ ਵਾਰ 1 ਤੋਂ ਲੈ ਕੇ ਵਰਲਡ ਵਾਰ 2 ਤਾਈਂ ਫਿਰ ਇੰਗਲੈਂਡ ਇੱਕ ਪਾਵਰ ਸੀ ਜੀ। ਮਲਟੀ ਪਾਵਰਸ ਆ ਗਈਆਂ ਨਾ, ਜਰਮਨੀ ਵੀ ਆ ਗਈ, ਫਰਾਂਸ ਵੀ ਉੱਠ ਖੜੀ, ਤੇ ਇਹਨਾਂ ਦੇ ਵਿੱਚੋਂ ਅਮਰੀਕਾ ਵੀ ਇੱਕ ਪਾਵਰ ਸੀ ਜੀ। ਵਰਲਡ ਵਾਰ 2 ਤੋਂ ਬਾਅਦ ਤੁਸੀਂ ਕਹਿ ਸਕਦੇ ਕਿ ਪੁਰਾਣੀਆਂ ਜਿਹੜੀਆਂ ਯੂਰਪੀਅਨ ਪਾਵਰਸ ਸੀ ਉਹ ਖਤਮ ਹੋ ਗਈਆਂ। ਉਹਨਾਂ ਦੀ ਪਾਵਰ ਬਿਲਕੁਲ ਖਤਮ ਹੋ ਗਈ, ਕਿਉਂਕਿ ਸਾਰੀਆਂ ਕਾਲੋਨੀਜ਼ ਵਨ ਆਫਟਰ ਦੀ ਅਦਰ ਉਹ ਆਜ਼ਾਦ ਹੋ ਗਈਆਂ। ਬਿਲਕੁਲ। ਚਾਹੇ ਉਹ ਏਸ਼ੀਆ 'ਚ ਸੀ, ਚਾਹੇ ਅਫਰੀਕਾ ਦੇ ਵਿੱਚ ਸੀ, ਚਾਹੇ ਲੈਟਿਨ ਅਮਰੀਕਾ ਦੇ ਵਿੱਚ ਸੀ ਜੀ। ਤੇ ਹੁਣ ਦੋ ਸੁਪਰ ਪਾਵਰ ਜਿਹੜੀਆਂ ਉੱਠੀਆਂ, ਸੋਵੀਅਤ ਯੂਨੀਅਨ ਤੇ ਯੂਐਸ ਵਾਲੇ ਜੀ। ਸੋ ਜਿਹੜੀ ਅਮਰੀਕਨ ਸੋਚਦੇ ਆ ਵੀ 20th ਸੈਂਚੁਰੀ ਦੇ ਵਿੱਚ ਅਸੀਂ ਸੀ ਪਾਵਰਫੁਲ ਸੁਪਰ ਪਾਵਰ ਸੀਗੇ, ਪਰ ਦੋ ਸਰਦਾਰਾਂ ਦੇ ਵਿੱਚੋਂ ਇੱਕ ਸਰਦਾਰ ਸੀਗੇ ਜਿਹੜੀ ਜਿਸ ਤਰ੍ਹਾਂ ਦੀ ਸਰਦਾਰੀ ਇੰਗਲੈਂਡ ਵਾਲਿਆਂ ਨੇ ਕੀਤੀ ਨਾ 19ਵੀਂ ਸਦੀ ਦੇ ਵਿੱਚ ਜੀ, ਉਸ ਤਰ੍ਹਾਂ ਦੀ ਸਰਦਾਰੀ ਨਹੀਂ ਨਾ ਤੋਰੀ। 19ਵੀਂ ਸਦੀ ਦੇ ਵਿੱਚ ਵਾਕਈ ਉਹ ਡੋਮੀਨੈਂਟ ਸੀ। ਉਹਨਾਂ ਦਾ ਕਰੰਸੀ ਚੱਲਦੀ ਸੀ ਉਹਨਾਂ ਦੀ, ਉਹਨਾਂ ਤੋਂ ਡਰਦੇ ਸੀ, ਪਰ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਉਹ ਸ਼ੇਅਰ ਕਰਨੀ ਪਈ। ਸੋਵੀਅਤ ਯੂਨੀਅਨ ਦਾ ਆਪਣਾ ਕੈਂਪ ਸੀ, ਯੂਐਸ ਦਾ ਆਪਣਾ ਕੈਂਪ ਸੀ। ਸੋ ਦੋ ਵੱਡੀਆਂ ਤਾਕਤਾਂ, ਇਹਨਾਂ ਦੀ ਗੁੱਡ ਲੱਕ ਇਹ ਹੋਈ ਕਿ ਉਹ ਸੋਵੀਅਤ ਯੂਨੀਅਨ ਕਲੈਪਸ ਹੋ ਗਿਆ। 1991 ਤੋਂ ਬਾਅਦ ਤੁਸੀਂ ਕਹੋਗੇ ਥੋੜੇ ਕੁ ਸਮੇਂ ਲਈ ਯੂਐਸ ਇੱਕ ਪਾਵਰ ਬਣ ਗਈ। ਸੋ 20ਵੀਂ ਸਦੀ ਦੇ ਵਿੱਚ ਥੋੜਾ ਜਿਹਾ 9 ਸਾਲ ਕਹ ਲਓ ਕਿ ਇਹ 20ਵੀਂ ਸਦੀ ਦੇ ਵਿੱਚ ਕੱਲੀ ਇੱਕ ਸੁਪਰ ਪਾਵਰ ਉੱਭਰ ਕੇ ਆਈ। ਤਾਂ ਫਿਰ ਇਹਨਾਂ ਨੇ ਵੈਸੇ ਉਹ ਕੀਤੀਆਂ ਵੀ ਜਿੱਦਾਂ ਕੋਈ ਪਾਗਲ ਹੋ ਜਵੇ ਨਾ, ਇਰਾਕ ਦੇ ਵਿੱਚ ਚਲ ਗਏ, ਅਫਗਾਨਿਸਤਾਨ ਦੇ ਵਿੱਚ ਚਲ ਗਏ, ਮਤਲਬ ਜਿਹੜਾ ਵੀ ਕੋਈ ਇਹਨਾਂ ਦੇ ਮੂਹਰੇ ਆਇਆ ਉਹਨਾਂ ਦੇ ਇਨਵੇਡ ਹੀ ਕਰਦੇ ਰਹੇ। ਤੇ ਉਦੋਂ ਬਾਅਦ ਲੱਕ ਇਹਨਾਂ ਦੀ ਇਹ ਵੀ ਸੀ ਕਿ ਰਸ਼ੀਆ ਦੇ ਵਿੱਚ ਬੋਰਿਸ ਜੈਲਸਟਨ ਵਰਗਾ ਬੰਦਾ ਇਹਨਾਂ ਦੇ ਕਾਬੂ ਆ ਗਿਆ ਜੀ। ਜੋ ਇਹ ਕਹਿੰਦੇ ਸੀ
ਐਕਚੁਅਲੀ 90s ਦੇ ਵਿੱਚ ਤਾਂ ਤੁਸੀਂ ਕਹ ਲਓ ਕਿ 1991 ਤੋਂ ਲੈ ਕੇ 2010-11 ਤਾਈਂ ਜਿੰਨਾ ਮਾੜਾ ਹਾਲ ਰਸ਼ੀਆ ਦਾ ਹੋਇਆ ਨਾ, ਕਰੰਸੀ ਖਤਮ ਹੋ ਗਈ, ਪੁਰਾਣੀ ਜਿਹੜੀ ਇਕਨੋਮੀ ਖਤਮ ਹੋ ਗਈ, ਬੰਦੇ ਮਰ ਰਹੇ ਸੀ ਵੋਦਕਾ ਪੀ ਪੀ ਕੇ, ਤੇ ਮਜ਼ਾ ਆਇਆ ਪੂਰਾ ਅਮਰੀਕਾ ਵਾਲਿਆਂ ਨੂੰ ਤੇ ਯੂਰਪ ਵਾਲਿਆਂ ਨੂੰ। ਇਹਨਾਂ ਨੇ ਜਾ ਕੇ ਬੋਰਿਸ ਜੌਨਸਨ ਦੇ ਬੰਦਿਆਂ ਦੇ ਨਾਲ ਜਿੰਨੇ ਕੁ ਪੈਸੇ ਬਣਾ ਸਕਦੇ ਸੀ ਬਣਾਏ ਇਹਨਾਂ ਨੇ, ਤੇ ਇਹ ਚਾਹੁੰਦੇ ਸੀ ਵੀ ਇਦਾਂ ਦੀ ਸਿਸਟਮ ਹੋਵੇ। ਜੇ ਰਸ਼ੀਆ ਨੇ ਕੁਝ ਇਹਨਾਂ ਨੂੰ ਕਰ ਨਹੀਂ ਦਿੱਤਾ, ਉਹ ਇਹ ਹੈ ਕਿ ਨਿਊਕਲੀਅਰ ਜਿਹੜੀ ਉੱਥੇ ਦੀ ਮਿਲਟਰੀ ਇੰਡਸਟਰੀਅਲ ਕੰਪਲੈਕਸ ਸੀ ਨਾ, ਉਹਨਾਂ ਨੇ ਉਹਨੂੰ ਹੱਥ ਨਹੀਂ ਲਾਉਣ ਦਿੱਤਾ, ਜਿਹੜਾ ਕਿ ਅੱਜ ਵੀ ਰਿਗਰੈਟ ਕਰਦੇ ਆ ਕਿ ਅਸੀਂ ਉਹ ਖਤਮ ਕਰਨਾ ਚਾਹੀਦਾ ਸੀ ਸਾਨੂੰ। ਉਹਨਾਂ ਨੇ ਨਿਊਕਲੀਅਰ ਹਥਿਆਰ ਜਿੰਨੀਆਂ 15 ਰਿਪਬਲਿਕ ਇੰਡੀਪੈਂਡੈਂਟਸ ਹੋਈਆਂ ਉਹਨਾਂ ਤੋਂ 1991 ਤੋਂ ਬਾਅਦ, ਉਹਨਾਂ ਦੇ ਸਾਰੇ ਨਿਊਕਲੀਅਰ ਹਥਿਆਰ ਆਪਣੇ ਕੋਲ ਲੈਂਦੇ ਰਸ਼ੀਆ ਨੇ। ਕਹਿੰਦੇ ਵੀ ਤੁਹਾਡੇ ਨਹੀਂ, ਇਹ ਸਾਡੇ ਆ। ਆਪਣੇ ਆਪ ਨਹੀਂ ਛੱਡੇ ਉਹਨਾਂ ਨੇ। ਅੱਛਾ, ਫੇਰ ਇਹਨਾਂ ਦੀ ਦੂਜੀ ਬਦਕਿਸਮਤੀ ਇਹ ਹੋ ਗਈ ਹੈ, ਇੱਕ ਤਾਂ ਮਿਲਟਰੀ ਇੰਡਸਟਰੀਅਲ ਕੰਪਲੈਕਸ ਜਿਹੜਾ ਉਹ ਛੱਡਿਆ ਨਹੀਂ ਉਹਨਾਂ ਨੇ। ਦੂਜੀ ਬਦਕਿਸਮਤੀ ਇਹ ਆ ਕਿ ਪਿਊਟਨ ਪਾਵਰ ਦੇ ਵਿੱਚ ਆ ਗਿਆ। ਪਿਊਟਨ ਪੁਰਾਣਾ KGB ਦਾ ਇੱਕ ਅਫਸਰ ਹੈ। KGB ਵਾਲੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੇ ਸੀ ਵੀ ਵੈਸਟ ਨੂੰ ਕਿੱਦਾਂ ਨਫ਼ਰਤ ਕਰਨੀ ਆ, ਵੈਸਟ ਵਾਲੇ ਸਾਨੂੰ ਕਿੱਦਾਂ ਖਤਮ ਕਰਨਾ ਚਾਹੁੰਦੇ ਆ, ਅਮਰੀਕਾ ਵਾਲੇ ਸਾਨੂੰ ਕਿੱਦਾਂ ਖਤਮ ਕਰਨਾ ਚਾਹੁੰਦੇ ਆ। ਤੇ ਤੁਸੀਂ ਕਹੋ ਕਿ ਇੱਕ ਕਿਸਮ ਦੀ ਰਸ਼ੀਆ ਦੀ ਥੋੜੀ ਜਿਹੀ ਹਾਲਾਤ ਸੁਧਰੇ ਪਿਊਟਨ ਦੇ ਵਿੱਚ ਜੀ। ਉਹਨਾਂ ਨੇ ਜਿਹੜੀਆਂ ਬੋਰਿਸ ਜੌਨਸਨ ਨੇ ਖੁੱਲ੍ਹਾਂ ਦਿੱਤੀਆਂ ਸੀ ਯੂਰਪੀਅਨ ਯੂਨੀਅਨ ਨੂੰ, US ਵਾਲਿਆਂ ਨੂੰ, ਹੋਰਨਾਂ ਨੂੰ, ਕਿ ਆਓ ਤੁਸੀਂ ਲੁੱਟੋ ਰਸ਼ੀਆ ਨੂੰ, ਉਹ ਥੋੜੀ ਜਿਹੀ ਖਤਮ ਕਰਤੀ। ਤੇ ਉਹ ਪਹਿਲੀ ਜਿਹੜੀ ਟਰਮ ਸੀ ਪਿਊਟਨ ਦੀ, ਉਸ ਵੇਲੇ ਤਾਂ ਉਹ ਇਸ ਤਰ੍ਹਾਂ ਨਹੀਂ ਸਾਹਮਣੇ ਆਏ ਇਹਨਾਂ ਦੇ ਵੀ ਚੈਲੰਜ ਕਰਨ ਲਈ। ਪਰ 2014 ਚ ਜਦੋਂ ਉਹਨਾਂ ਨੇ ਕ੍ਰਾਈਮੀਆ ਲਿਆ ਨਾ ਰਸ਼ੀਆ ਨੇ, ਉਸ ਵੇਲੇ ਇੱਕ ਮਿਲਟਰੀ ਇੰਡਸਟਰੀਅਲ ਜਿਹੜਾ ਕੰਪਲੈਕਸ ਸੀ ਰਸ਼ੀਆ ਦਾ, ਉਹਨੇ ਚੈਲੰਜ ਕੀਤਾ ਵੀ ਅਸੀਂ ਤੁਹਾਡੀ ਸਰਦਾਰੀ ਨਹੀਂ ਮੰਨਣ ਲੱਗੇ, ਇਹ ਸਾਡੀ ਆ ਔਰ ਅਸੀਂ ਲੈ ਕੇ ਦਿਖਾਵਾਂਗੇ। ਉਸ ਤੋਂ ਬਾਅਦ ਫਿਰ ਰਸ਼ੀਆ ਆਪਣੇ ਅਸੀਂ ਬੈਕ ਲੈ ਜਾਂਦੇ ਥੋੜਾ ਚਿਰ। ਤੁਸੀਂ 91 ਦੇ ਵਿੱਚ ਐਕਚੁਅਲੀ ਪੇਪਰ ਕੱਢਿਆ ਇਹਨਾਂ ਨੇ ਇੱਕ US ਵਾਲਿਆਂ ਨੇ, ਨਿਓ ਕੰਜ਼ਰਵੇਟਿਵ ਮੂਵਮੈਂਟ ਜਿਹਨੂੰ ਕਹਿੰਦੇ ਆ। ਉਹਨਾਂ ਨੇ ਅੱਜ ਵੀ ਜੇ ਕਿਸੇ ਨੇ ਪੜ੍ਹਨਾ ਹੋਵੇ ਤਾਂ ਆਨਲਾਈਨ ਹੈਗਾ ਜੀ। ਉਹਨੂੰ ਕਹਿੰਦੇ ਆ ਅਮਰੀਕਨ ਸੈਂਚੁਰੀ, 21ਵੀਂ ਸਦੀ ਜਿਹੜੀ ਆ ਸਾਡੀ ਸਦੀ ਆ। ਅੱਛਾ, 21ਵੀਂ ਸਦੀ ਆਈ ਤੇ ਉਧਰੋਂ ਪਿਊਟਨ ਉੱਠ ਖੜਿਆ, ਮਿਲਟਰੀ ਇੰਡਸਟਰੀਅਲ ਕੰਪਲੈਕਸ ਕਾਇਮ ਰਿਹਾ ਉਹਨਾਂ ਦਾ, ਰਸ਼ੀਆ ਦਾ। ਤੇ ਹੁਣ ਦੇਖ ਲਓ, ਹੁਣ ਤੁਸੀਂ ਕਹਿ ਸਕਦੇ ਕਿ ਮਲਟੀਪੋਲਰ ਵਰਲਡ ਆ ਗਿਆ, ਜਿੱਥੇ ਕਿ ਅਮਰੀਕਨ ਸੈਂਚੁਰੀ ਨਾ ਆਈ ਆ ਤੇ ਨਾ ਆਉਣੇ ਵਾਲੀ ਆ। ਰਸ਼ੀਆ ਵੀ ਹੈਗਾ, ਚੀਨ ਵੀ ਹੈਗਾ, ਹੋਰ ਪਾਵਰਸ ਵੀ ਹੈਗੀਆਂ, ਇੰਡੀਆ ਉਹਨਾਂ ਦੇ ਵਿੱਚੋਂ ਇੱਕ ਪਾਵਰ ਉੱਭਰ ਰਹੀ ਆ ਹੌਲੀ। ਤੇ ਇਸ ਵੇਲੇ ਜੇ ਕੋਈ ਸਪੈਕੂਲੇਸ਼ਨ ਲੱਗ ਰਿਹਾ IR ਦੀਆਂ ਸਟੱਡੀਜ਼ ਦੇ ਵਿੱਚ, ਤਾਂ ਉਹ ਕਹਿੰਦੇ ਵੀ ਏਸ਼ੀਆ ਦੀ ਸੈਂਚੁਰੀ ਆਈ। ਵੈਸੇ ਏਸ਼ੀਅਨ ਪਾਵਰਸ ਜਿਹੜੀਆਂ ਵੱਧ ਫੁੱਲ ਕੇ ਉੱਭਰ ਰਹੀਆਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਤਕੜੀ ਤਾਕਤ ਹੈਗੀ ਹੈ ਚਾਈਨਾ ਦੀ। ਤੇ ਦੂਜੇ ਨੰਬਰ ਤੇ ਨਾਲ ਹੀ ਤੁਸੀਂ ਕਹ ਲਓ ਇੰਡੀਆ ਇੱਕ ਤਾਕਤਵਰ ਦੇਸ਼ ਆ ਜੀ। ਜਾਪਾਨ ਦੀ ਉਹ ਤਾਕਤ ਨਹੀਂ ਰਹੀ ਜਿਹੜੀ ਵਰਲਡ ਵਾਰ 2 ਤੋਂ ਬਾਅਦ ਉੱਠੇ ਸੀ, ਪਰ ਫਿਰ ਵੀ ਉਹ ਇੱਕ ਇਕਨੋਮੀ ਬੜੀ ਉਹਨਾਂ ਦੀ ਤਕੜੀ ਹੈ। ਅਜੇ ਵੀ ਇੰਨੇ ਮਾੜੇ ਨਹੀਂ ਆ। ਕਹਿੰਦੇ ਹੁੰਦੇ ਆ ਵੀ ਲਾਠੀ ਭਾਵੇਂ ਟੁੱਟ ਵੀ ਜਾਵੇ, ਘੜੇ ਭੰਨਣ ਜੋਗੀ ਤਾਂ ਰਹਿੰਦੀ ਨਾ। ਤੇ ਉਹ ਉਹਨਾਂ ਦੀ ਹਾਲੇ ਵੀ ਇਕਨੋਮੀ ਚੰਡੀਗੜ੍ਹ ਢਹਿ ਜੂ, ਕਹਿੰਦੇ ਪਿੰਡਾਂ ਵਰਗਾ ਤਾਂ ਰਹਿ ਜਾਊਗਾ। ਤੇ ਉਹ ਤਕੜੀ ਇਕਨੋਮੀ ਆ ਉਹਨਾਂ ਦੀ। ਹੋਰ ਵੀ ਜਿਹੜੇ ਦੇਸ਼ ਆ, ਇੰਡੋਨੇਸ਼ੀਆ ਹੋਇਆ, ਮਲੇਸ਼ੀਆ ਹੋਇਆ, ਫਿਰ ਵੀਅਤਨਾਮ ਵਰਗੇ ਮੁਲਕ ਆ, ਬਰਮਾ ਵਰਗੇ ਮੁਲਕ ਆ, ਹੁਣ ਉਹਨੂੰ ਮਿਆਂਮਾਰ ਕਹਿੰਦੇ ਆ ਜੀ। ਤੇ ਪਾਕਿਸਤਾਨ ਤੇ ਇੱਕ ਸ੍ਰੀਲੰਕਾ, ਇਹ ਥੋੜੇ ਜਿਹੇ ਪ੍ਰੋਬਲਮ ਹੈਗੀ ਆ। ਪਰ ਫੇਰ ਤੁਸੀਂ ਏਸ਼ੀਆ ਦੇ ਵਿੱਚ ਅਸੀਂ ਇਹਨੂੰ ਵੀ ਦੇਖਦੇ ਆ, ਸਾਊਦੀ ਅਰੇਬੀਆ, ਦੁਬਈ, ਈਰਾਨ, ਇਹ ਮੁਲਕ ਵੀ ਮਤਲਬ ਠੀਕ ਠਾਕ ਚੱਲ ਰਹੇ ਆ। ਇਕਨੋਮੀ ਵੀ ਠੀਕ ਹੈ ਇਹਨਾਂ ਦੀ, ਪੋਲਿਟਿਕਸ ਵੀ ਠੀਕ ਚੱਲ ਰਹੀ ਹੈ। ਤੇ ਜਿਹੜੇ ਲੜਦੇ ਸੀ ਪਹਿਲਾਂ ਈਰਾਨ ਤੇ ਸਾਊਦੀ ਅਰੇਬੀਆ ਵਾਲੇ, ਤਾਂ ਉਹ ਸਮਝੌਤਾ ਕਰਾਤਾ ਚੀਨ ਨੇ ਇਹਨਾਂ ਦਾ। ਤਾਂ ਉਹ ਕਹਿੰਦੇ ਆ ਕਿ ਹੁਣ ਜਿਹੜੀ ਅਮਰੀਕਨ ਸੈਂਚੁਰੀ ਦਾ ਜਿਹੜਾ
ਏਸ਼ੀਅਨ ਸੈਂਚਰੀ ਦੇ ਐਡਵੋਕੇਟਸ ਆ, ਉਹ ਕਹਿੰਦੇ ਵੀ ਚੀਨ ਦੀ ਦੇਖੋ ਪਾਵਰ ਕਿੰਨੀ ਆ ਡਿਪਲੋਮੈਟਿਕਲੀ। ਇਹਨਾਂ ਨੇ ਪੁਰਾਣੇ ਬੰਦੇ ਜਿਹੜੇ ਲੜਦੇ ਸੀ ਇੱਕ ਦੂਜੇ ਨਾਲ, ਉਹਨਾਂ ਦਾ ਵੀ ਸਮਝੌਤਾ ਕਰਾਤਾ ਵੀ ਹੁਣ ਲੱਗਦਾ ਇਹ ਆ, ਇਹ ਨਾ ਤਾਂ ਅਮਰੀਕਨ ਸੈਂਚਰੀ ਆ, ਨਾ ਰਸ਼ੀਅਨ ਸੈਂਚਰੀ ਆ, ਨਾ ਯੂਰਪੀਅਨ ਸੈਂਚਰੀ ਆ, ਇਹ ਏਸ਼ੀਅਨ ਸੈਂਚਰੀ ਆ। ਏਸ਼ੀਅਨ ਸੈਂਚਰੀ, ਬਿਲਕੁਲ ਜੀ। ਸੋ ਡਾਕਟਰ ਸਾਹਿਬ, ਕਰੀਬ ਸਮਾਂ ਜਿਹੜਾ ਹੋ ਚੱਲਿਆ ਹੈ, ਔਰ ਆਖਰੀ ਖਬਰ ਅਸੀਂ ਤੁਹਾਡੇ ਤੋਂ ਲਵਾਂਗੇ ਕਿ ਜਿਹੜਾ ਰੂਸ ਨੇ ਬਲੈਕ ਸੀ ਦੇ ਸਮਝੌਤੇ ਤੋਂ ਪਿੱਛੇ ਹਟ ਗਿਆ। ਉਹ ਕਹਿੰਦੇ ਵੀ ਅਸੀਂ ਸਿਕਿਉਰਿਟੀ ਜਿਹੜੀ ਹੈ ਉਹ ਨਹੀਂ ਦੇ ਸਕਦੇ। ਉਦੋਂ ਬਾਅਦ ਹੁਣ ਭਾਰਤ ਨੇ ਵੀ ਕਹਿਤਾ ਕਿ ਬਾਸਮਤੀ ਜਿਹੜੀ ਗੈਰ ਬਾਸਮਤੀ ਜਿਹੜੇ ਚੌਲ ਹੈ ਉਹਨਾਂ ਤੇ ਪਾਬੰਦੀ ਉਹ ਹੁਣ ਲਾਗੂ ਹੀ ਹੋ ਗਈ ਹੈ। ਇਹਨੂੰ ਕਿਵੇਂ ਦੇਖਦੇ ਹੋ ਜੀ? ਜਿਵੇਂ ਅਸੀਂ ਪਹਿਲਾਂ ਹੀ ਡਿਸਕਸ ਕੀਤਾ ਕਿ ਦੇਖੋ ਯੂਕਰੇਨ ਤੇ ਰਸ਼ੀਆ ਦੇ ਵਿੱਚੋਂ ਬਹੁਤ ਐਗਰੀਕਲਚਰ ਪ੍ਰੋਡਕਟ ਬਾਹਰ ਨਿਕਲਦੇ ਸੀ। ਖਾਸ ਤੌਰ ਤੇ ਤੁਸੀਂ ਕਈਆਂ ਦੇਸ਼ਾਂ ਦੇ ਵਿੱਚ ਤਾਂ ਅੱਧੀ ਉਹਨਾਂ ਦੀ ਫੂਡ ਸਪਲਾਈ ਸੀ ਇਹਨਾਂ ਦੋਹਾਂ ਮੁਲਕਾਂ ਤੋਂ ਆਉਂਦੀ ਸੀ ਜੀ। ਸੋਮਾਲੀਆ, ਇਥੀਓਪੀਆ, ਸੁਡਾਨ, ਇਹਨਾਂ ਨਾਰਥ ਅਫਰੀਕਾ ਦੇ ਜਿਹੜੇ ਮੁਲਕ ਆ, ਇੱਥੇ ਤਕਰੀਬਨ ਅੱਧਾ ਇਹਨਾਂ ਦਾ ਫੂਡ ਆ ਉਹ ਯੂਕਰੇਨ ਤੇ ਰਸ਼ੀਆ ਤੇ ਡਿਪੈਂਡ ਕਰਦਾ ਸੀ। ਹੁਣ ਉਥੋਂ ਆ ਨਹੀਂ ਰਿਹਾ। ਕਿਹੜੇ ਦੇਸ਼ ਆ ਜਿਹੜੇ ਉਹਨਾਂ ਨੂੰ ਸਪਲਾਈ ਕਰ ਦੇਣਗੇ? ਉਹ ਨੰਬਰ 1 ਇਸ਼ੂ ਤਾਂ ਆਈ ਆ ਉੱਥੇ। ਹੁਣ ਅਫਰੀਕਾ ਦੇ ਮੁਲਕਾਂ ਨੇ ਵੀ ਦੇਖੋ ਇਕਮੁੱਠ ਹੋ ਕੇ ਵੀ ਕਹਿੰਦੇ ਆ ਵੀ ਤੁਸੀਂ ਯੂਕਰੇਨੀਅਨ ਤੇ ਰਸ਼ੀਅਨ ਦੀ ਪੀਸ ਕਰਾਓ। ਉਹ ਜ਼ਿਆਦਾ ਰੌਲਾ ਪਾਉਂਦੇ ਆ ਜੀ, ਤੇ ਉਹਨਾਂ ਦੇ ਹਿੱਤ ਦੇ ਵਿੱਚ ਵੀ ਆ। ਹੁਣ ਇੱਕ ਜੇ ਤੁਸੀਂ ਦੇਖੋਗੇ ਤਾਂ ਇੱਕ ਚਮੜੀ ਸਮਝ ਲਓ ਮੋਹਰੇ ਆ ਗਈ ਆ ਕਿ ਨਾਰਥ ਅਮਰੀਕਾ ਵਾਲੇ, ਜਿਹਦੇ ਵਿੱਚ ਕੈਨੇਡਾ ਤੇ ਯੂਐਸ ਰਲ ਗਏ, ਯੂਰਪੀਅਨ ਮੁਲਕਾਂ ਜਿਨ੍ਹਾਂ ਨੇ ਅਫਰੀਕਾ ਨੂੰ, ਏਸ਼ੀਆ ਨੂੰ, ਲੈਟਨ ਅਮਰੀਕਾ ਨੂੰ ਇੱਕ ਜ਼ਮਾਨੇ ਦੇ ਵਿੱਚ ਕੰਟਰੋਲ ਦੇ ਵਿੱਚ ਰੱਖਿਆ, ਇੱਕ ਬਸਤੀਆਂ ਬਣਾ ਕੇ ਰੱਖਿਆ ਨਾ। ਹੁਣ ਉਹ ਮੁਲਕ ਆਜ਼ਾਦ ਔਰ ਐਕਚੁਅਲੀ ਵੱਡੇ ਹੋ ਰਹੇ ਆ, ਉੱਭਰ ਕੇ ਆ ਰਹੇ ਆ, ਜਿੱਦਾਂ ਸਾਊਥ ਅਫਰੀਕਾ ਹੋਇਆ ਜੀ। ਤੁਸੀਂ ਈਜਿਪਟ ਦੇਖ ਲਓ, ਬ੍ਰਾਜ਼ੀਲ ਦੇਖ ਲਓ, ਅਰਜਨਟੀਨਾ ਫੇਰ ਦੇਖ ਲਓ, ਆਪਣੇ ਚੀਨ, ਇੰਡੀਆ ਦੇਖ ਲਓ, ਇੰਡੋਨੇਸ਼ੀਆ ਦੇਖ ਲਓ, ਬੜੀਆਂ ਤਾਕਤਾਂ ਉੱਭਰ ਕੇ ਆ ਰਹੀਆਂ। ਜਿਹੜੀ ਹੁਣ ਜਿਹੜੇ ਮੁਲਕ ਪਹਿਲਾਂ ਨੇਟੋ ਨਹੀਂ ਸੀ ਜੁਆਇਨ ਕਰਨਾ ਚਾਹੁੰਦੇ, ਹੁਣ ਉਹ ਨੇਟੋ ਨੂੰ ਜੁਆਇਨ ਕਰ ਰਹੇ ਆ। ਇਹਦਾ ਮਤਲਬ ਚਿੱਟੀ ਚਮੜੀ ਜਿਹੜੀ ਇਕੱਠੀ ਹੋ ਰਹੀ ਆ ਦੁਬਾਰਾ। ਸ਼ਰੇਆਮ ਲੋਕੀ ਲਿਖਦੇ ਅੱਜ ਕੱਲ ਆਈਆਰ ਦੇ ਵਿੱਚ ਕਿ ਚਿੱਟੀ ਚਮੜੀ ਇਕੱਠੀ ਹੋ ਰਹੀ ਆ। ਅਗਲੀ ਲੜਾਈ ਜਿਹੜੀ ਆ ਉਹ ਇਸ ਬੇਸ ਤੇ ਹੋਊਗੀ ਵੀ ਚਿੱਟੇ ਲੋਕੀ ਇੱਕ ਪਾਸੇ ਆ ਤੇ ਬਰਾਊਨ ਲੋਕੀ ਇੱਕ ਪਾਸੇ, ਕਾਲੇ ਇੱਕ ਪਾਸੇ ਆ। ਬਿਲਕੁਲ ਬਿਲਕੁਲ। ਇਹਨਾਂ ਨੂੰ ਵੱਡੀ ਗੱਲ ਇਹ ਲੱਗਦੀ ਹੈ ਕਿ ਜਿਹੜੇ ਬੰਦਿਆਂ ਤੋਂ ਸਰਦਾਰੀ ਖੁੱਸ ਜਵੇ ਨਾ, ਉਹ ਪਾਗਲ ਹੋ ਜਾਂਦੇ ਆ। ਤੇ ਉਹ ਪਾਗਲਪਨ ਨਜ਼ਰ ਆ ਰਿਹਾ ਅੱਜ। ਜੇ ਤੁਸੀਂ ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਮੂੰਹ ਚੋਂ ਸ਼ਬਦ ਨਿਕਲ ਗਿਆ ਕਿ ਸ਼ਾਂਤੀ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਵੇ, ਜਿਨ੍ਹਾਂ ਦੀ ਲੈਸਟਰ ਪੀਅਰਸਨ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦੇ, ਪਹਿਲਾਂ ਜਦੋਂ ਫੋਰਨ ਮਿਨਿਸਟਰ ਹੁੰਦੇ ਸੀ ਨਾ, ਉਸ ਵੇਲੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਕਿਉਂਕਿ ਉਹਨਾਂ ਨੇ UN ਪੀਸ ਕੀਪਿੰਗ ਦਾ ਕਨਸੈਪਟ ਕੱਢਿਆ ਸੀ ਕਿ ਜੇ ਦੋ ਧਿਰਾਂ ਲੜਦੀਆਂ ਹੋਣ ਤੇ UN ਦੀ ਪੀਸ ਕੀਪਿੰਗ ਫੋਰਸ ਗੱਭੇ ਉਹਨਾਂ ਦੇ ਖੜ ਜਾਵੇ ਜਾ ਕੇ ਨਾ, ਤਾਂ ਅਸੀਂ ਲੜਾਈ ਹਟਾ ਸਕਦੇ ਹਾਂ। ਇੱਕ ਪੀਸ ਪੁਰਸਕਾਰ ਜਿਹੜਾ ਸੀ ਉਹ ਪੀਅਰਸਨ ਨੂੰ ਮਿਲਿਆ ਸੀ। ਪੀਅਰਸਨ ਇਹਨਾਂ ਦੇ ਫਾਦਰ ਨੂੰ ਪੋਲਿਟਿਕਸ ਦੇ ਵਿੱਚ ਲਿਆਉਣ ਵਾਲੇ ਆ। ਪੀਅਰ ਐਲੀਅਟ ਟਰੂਡੋ ਜੇ ਪ੍ਰਾਈਮ ਮਿਨਿਸਟਰ ਬਣੇ ਬਾਅਦ ਦੇ ਵਿੱਚ, ਉਹ ਲੈਸਟਰ ਪੀਅਰਸਨ ਦੀ ਦੇਣ ਆ ਵੀ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਲਿਆ। ਪਹਿਲਾਂ ਉਹਨਾਂ ਨੇ ਰਿਕਰੂਟ ਕੀਤਾ, ਉਹਨਾਂ ਨੂੰ ਚੰਗੀ ਸੇਫ ਸੀਟ ਦਿੱਤੀ, ਤੇ ਹੁਣ ਉਹਨਾਂ ਦਾ ਬੇਟਾ ਸ਼ਾਂਤੀ ਸ਼ਬਦ ਭੁੱਲ ਜਾਵੇ। ਇਹ ਚਿੱਟੀ ਚਮੜੀ ਜਿਹੜੀ ਆ ਇਕੱਠੀ ਹੋ ਰਹੀ ਆ ਜੀ। ਇਹਨਾਂ ਨੂੰ ਉਹ ਬੌਂਦਲ ਗਏ ਆ ਕਿ ਈਸਟ ਵਾਲੇ ਵੀ ਉੱਠ ਖੜੇ ਆ। ਜਿੱਦਾਂ ਇੱਕ ਜ਼ਮਾਨੇ ਚੀਨ ਵਾਲੇ ਕਹਿੰਦੇ ਹੁੰਦੇ ਸੀ ਕਿ ਈਸਟਰਨ ਵੈਂਡ ਵਿਲ ਪ੍ਰਵੇਲ ਓਵਰ ਵੈਸਟਰਨ ਵੈਂਡ, ਵੀ ਜਿਹੜੀ ਈਸਟ ਅਸੀਂ ਕਹਿੰਦੇ ਹੁੰਦੇ ਪੂਰਬ ਨੂੰ, ਪੂਰਬੀ ਜਿਹੜੀ ਹਵਾ ਆ
ਉਹ ਪੱਛਮ ਤੇ ਹਾਵੀ ਹੋਊਗੀ ਕਿਸੇ ਤੇ ਅੱਜ ਹੋ ਗਿਆ ਉਹ। ਬਿਲਕੁਲ ਵਾਕਿਆ ਹੀ ਜਿਹੜੀ ਈਸਟ ਦੀ ਵਿੰਡ ਆ ਉਹ ਬੜੀ ਹਾਵੀ ਆ ਹੈ ਤੇ ਵੈਸਟ ਦੀ ਵਿੰਡ ਕਿਸੇ ਜ਼ਮਾਨੇ ਦੇ ਵਿੱਚ ਇਹਨਾਂ ਦੇ ਕੋਲ ਕਾਲਨੀਜ਼ ਹੁੰਦੀਆਂ ਸੀ, ਕਿਸੇ ਜ਼ਮਾਨੇ ਦੇ ਵਿੱਚ ਪਾਵਰਫੁਲ ਹੁੰਦੇ ਸੀ। ਹੁਣ ਉਹ ਦਿਨ ਚੇਤੇ ਕਰਕੇ ਰੋਂਦੇ ਆ। ਕਿਸੇ ਦਿਨ ਡੱਚ ਦੇ ਕੋਲ ਕਾਲਨੀਜ਼ ਸੀ, ਫ੍ਰੈਂਚ ਦੇ ਕੋਲ ਕਾਲਨੀ ਸੀ। ਕੱਲ ਹੀ ਹਲੇ ਮਾਲੀ ਨੇ ਨਾ, ਮਾਲੀ ਵਾਲੇ ਉਹਨਾਂ ਨੇ ਉਹ ਹੁੰਦੇ ਸੀ ਫ੍ਰੈਂਚ ਨੇ ਕੰਟਰੋਲ ਕੀਤੇ ਜੀ। ਤਾਂ ਜਦੋਂ ਫ੍ਰੈਂਚ ਗਏ ਇਹਨਾਂ ਨੇ ਫਿਰ ਆਪਣੇ ਬੰਦੇ ਛੱਡ ਕੇ ਆਂਦੇ, ਜਿਹੜੇ ਇਹਨਾਂ ਦੇ ਚਮਚੇ ਸੀ ਉਹਨਾਂ ਨੇ ਟੇਕ ਓਵਰ ਕੀਤਾ ਜੀ। ਤਾਂ ਉਹਨਾਂ ਨੇ ਸੰਵਿਧਾਨ ਦੇ ਵਿੱਚ ਫ੍ਰੈਂਚ ਲੈਂਗੁਏਜ ਵੀ ਆਪਣੀ ਅਫੀਸ਼ੀਅਲ ਲੈਂਗੁਏਜ ਰੱਖੀ, ਜਿੱਦਾਂ ਇੰਡੀਆ ਨੇ ਅਜੇ ਤਾਈਂ ਇੰਗਲਿਸ਼ ਰੱਖੀ ਹੈ। ਕੱਲ ਉਹਨਾਂ ਨੇ ਸੰਵਿਧਾਨ ਦੇ ਵਿੱਚੋਂ ਫ੍ਰੈਂਚ ਲੈਂਗੁਏਜ ਕੱਢੀ, ਇੰਨੇ ਦੁਖੀ ਹੋਏ ਜੀ। ਉਹ ਕਹਿੰਦੇ ਕਿ ਫ੍ਰੈਂਚ ਜਿਹੜੀਆਂ ਫੋਰਸਸ ਇੱਥੇ ਅਸੀਂ ਬਣ ਨਹੀਂ ਦੇਣੀ ਕਦੇ, ਤੇ ਇਹ ਫ੍ਰੈਂਚ ਲੈਂਗੁਏਜ ਵੀ ਖਤਮ ਕਰੋ, ਅਸੀਂ ਆਪਣੀ ਲੈਂਗੁਏਜ ਰੱਖਣੀ ਬਸ ਜੀ। ਤੁਸੀਂ ਦੇਖੋ ਵੀ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਗੁਲਾਮ ਰੱਖਿਆ ਸੀ ਉਹ ਸਾਰੇ ਦੇਸ਼ ਉੱਠ ਰਹੇ ਆ। ਹੁਣ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਸੀ ਇਹ ਸਾਰੇ ਇਕੱਠੇ ਹੋ ਰਹੇ ਜੀ। ਇੱਕ ਜ਼ਮਾਨੇ ਦੇ ਵਿੱਚ ਅਮਰੀਕਨਜ਼ ਨੇ ਰੈਵੋਲੂਸ਼ਨ ਲਿਆਂਦਾ ਅੰਗਰੇਜ਼ਾਂ ਦੇ ਖਿਲਾਫ, ਬਹੁਤ ਦੁਖੀ ਸੀ ਇਹਨਾਂ ਦੇ। ਹੁਣ ਜਿਹੜਾ ਅਲਾਈਅੰਸ ਬਣਾਉਂਦੇ ਆ ਉਹ ਕੈਨੇਡਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ, US, ਇਸ ਕਰਕੇ ਕਿ ਅਸੀਂ ਅੰਗਰੇਜ਼ੀ ਬੋਲਦੇ ਹਾਂ। ਸਾਰੇ ਜਣੇ ਇਕੱਠੇ ਆ, ਪੁਰਾਣੀਆਂ ਗੱਲਾਂ ਭੁੱਲ ਜਾਓ। ਸੋ ਯੂਰਪੀਅਨ ਮੁਲਕੀ ਵੀ ਇਹੀ ਆ ਕਿ ਅਸੀਂ ਅੱਗੇ ਤਾਂ ਚਿੱਟੇ ਲੋਕ ਸਾਰਿਆਂ ਤੇ ਰੂਲ ਕਰਦੇ ਹੁੰਦੇ ਸੀ ਜੀ, ਤੇ ਹੁਣ ਉਹਨਾਂ ਨੇ ਸਮਝੋ ਯੂਰਪ ਦੇ ਵਿੱਚ ਬਾੜ ਦਿੱਤਾ, ਜਿੱਥੇ ਕਿ ਹਰ ਚੀਜ਼ ਜਿਹਦੇ ਤੇ ਡਿਪੈਂਡੈਂਟ ਹੋ ਰਹੇ ਆ ਜੀ। ਐਗਰੀਕਲਚਰ ਦੇਖ ਲਓ, ਯੂਰਪ ਦੇ ਵਿੱਚ ਜੇ ਅੱਜ ਵੀ ਕੁਝ ਆ ਰਿਹਾ ਇਹਨਾਂ ਨੂੰ ਖਾਣ ਨੂੰ ਮਿਲ ਰਿਹਾ, ਈਸਟਰਨ ਯੂਰਪ ਦੇ ਵਿੱਚੋਂ ਆ ਰਿਹਾ, ਜਾਂ ਪਹਿਲਾਂ ਆਉਂਦਾ ਹੁੰਦਾ ਸੀ ਯੂਕਰੇਨ ਤੇ ਰਸ਼ੀਆ ਤੋਂ, ਜਾਂ ਇੰਡੀਆ ਜਾਂ ਚਾਈਨਾ ਵਗੈਰਾ ਦੇ ਮੁਲਕਾਂ ਤੋਂ, ਜਿੱਥੋਂ ਤੁਹਾਨੂੰ ਈਵਨ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਚੀਜ਼ਾਂ, ਗਰੋਸਰੀ ਆਈਟਮਸ ਆ, ਮਿਨਰਲਸ ਜਿਹੜੇ ਆ ਹਮੇਸ਼ਾ ਹੀ ਪਹਿਲਾਂ ਤੋਂ ਅਫਰੀਕਾ ਵਾਲੇ ਪ੍ਰੋਵਾਈਡ ਕਰਦੇ ਹੁੰਦੇ ਸੀ। ਸੋ ਸਿਚੁਏਸ਼ਨ ਜਿਹੜੀ ਬਦਲ ਰਹੀ ਹੈ ਜੀ, ਤੇ ਉਹਦੇ ਨਾਲ ਹੀ ਸਾਡਾ ਸਮਾਂ ਖਤਮ ਹੋ ਰਿਹਾ ਜੀ। ਬਿਲਕੁਲ, ਤੇ ਅੱਜ ਦੇ ਵਿਚਾਰ ਦਾ ਸਮਾਂ ਬਿਲਕੁਲ ਜੀ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਜਿੰਦੜੀ ਕੀ ਏ ਰੰਗ ਬਰੰਗੇ ਦੁੱਖਾਂ ਦੀ ਇੱਕ ਢੇਰੀ ਏ, ਜਿੰਦੜੀ ਕੀ ਏ ਰੰਗ ਬਰੰਗੇ ਦੁੱਖਾਂ ਦੀ ਇੱਕ ਢੇਰੀ ਏ, ਫੇਰ ਵੀ ਹੱਸਦਾ ਰਹਿੰਦਾ ਹਾਂ, ਫੇਰ ਵੀ ਹੱਸਦਾ ਰਹਿੰਦਾ ਹਾਂ ਮੈਂ, ਕਿੰਨੀ ਹਿੰਮਤ ਮੇਰੀ ਏ, ਮੁੱਦਤਾਂ ਤੋਂ ਅਹਿਸਾਸ ਦੇ ਝੱਖੜ ਇਹਨੂੰ ਪੁੱਟਣਾ ਚਾਹੁੰਦੇ ਨੇ, ਮੁੱਦਤਾਂ ਤੋਂ ਅਹਿਸਾਸ ਦੇ ਝੱਖੜ ਇਹਨੂੰ ਪੁੱਟਣਾ ਚਾਹੁੰਦੇ ਨੇ, ਮੇਰੇ ਜਿਸਮ ਦੇ ਵਿਹੜੇ ਵਿੱਚ ਇੱਕ ਰੂਹ ਦੀ ਸੁੱਕੀ ਬੇਰੀ ਏ, ਰੂਹ ਦੀ ਸੁੱਕੀ ਬੇਰੀ ਏ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਦੋਸਤੋ, ਇੱਕ ਸਾਡੇ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ, ਇਸ ਕਰਕੇ ਕੱਲ ਨੂੰ ਫਿਰ ਮਿਲਾਂਗੇ ਪ੍ਰੋਗਰਾਮ ਪੰਜਾਬੀ ਆਵਾਜ਼ ਦੇ ਵਿੱਚ ਨਵੇਂ ਵਿਸ਼ੇ ਲੈ ਕੇ, ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ, ਤੁਹਾਡੇ ਨਾਲ ਉਸ ਦੇ ਵਿਚਾਰ ਚਰਚਾ ਕਰਾਂਗੇ। ਸੋ ਤਦ ਤੱਕ ਲਈ ਦਿਓ ਇਜਾਜ਼ਤ, ਜਿਉਂਦੇ ਵਾਸਤੇ ਰਹੋ ਜੀ।